ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਸੀਨੀਅਰਜ਼ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ ਤੋਂ, ਅਤੇ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਬਹੁਤ ਵਾਜਿਬ ਕੀਮਤਾਂ 'ਤੇ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। 2 ਲੋਕੇਸ਼ਨਸ ਹਨ ਇਹਨਾਂ ਦੀਆਂ, ਸੈਂਟਾਨੈਲਾ ਵਿੱਚ ਅਤੇ ਮੰਡੇਰਾ ਦੇ ਵਿੱਚ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ ਨੰਬਰ 209-277-1013 209-277-1013 ਦੇ ਉੱਤੇ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਖਬਰਾਂ ਦੇ ਉੱਤੇ ਨਜ਼ਰ ਬਣਾਉਂਦੇ ਹਾਂ ਵੀ ਇਰਾਕ ਸੰਕਟ ਦੇ ਵਿੱਚ ਫਸੇ ਭਾਰਤੀਆਂ ਦੀ ਮੌਤ ਆਖਰ ਭਾਰਤੀ ਸਰਕਾਰ ਨੇ ਮੰਨੀ। ਦੇਖੋ, ਇਹਨਾਂ ਨੇ ਉਦੋਂ ਮੰਨੀ ਆ ਜਦੋਂ ਇੱਕ ਸੰਸਥਾ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਉੱਧਰ ਜੀ। ਹੁਣ ਪਹਿਲਾਂ ਤਾਂ ਇਹਨਾਂ ਨੇ ਫਰੇਬ ਕੀਤਾ, ਹੁਣ ਇਸ ਸਮੇਂ ਡਰਾਮਾ ਕਰਦੇ ਪਏ ਆ। ਇਹ ਮੁੰਡੇ ਜਿਹੜੇ ਆ ਉਹ ਤੁਹਾਨੂੰ ਪਤਾ ਹੀ ਹੈ, ਪੰਜਾਬ ਦੇ ਵਿੱਚ ਜਿੰਨੇ ਮੁੰਡੇ ਗਏ ਸੀਗੇ ਜੋ ਉੱਥੇ ਕ੍ਰਾਈਸਿਸ ਦੇ ਵਿੱਚ ਫਸ ਗਏ, ਉਹਨਾਂ ਚੋਂ ਬਹੁਤੇ ਪੰਜਾਬੀ ਸਨ ਜੀ। ਹੁਣ ਅੱਜ ਜੋ ਹੋਇਆ, ਅਚਾਨਕ ਹੋਇਆ, ਬੀਬੀ ਸੁਸ਼ਮਾ ਸਵਰਾਜ ਨੇ ਮੰਨ ਲਿਆ ਕਿ ਉਹ ਜਿਹੜੇ ਮੁੰਡੇ ਲਾਪਤਾ ਹੋਏ ਸੀਗੇ, ਜਿਹਨਾਂ 31 ਪੰਜਾਬੀ ਸੀਗੇ, 4 ਹਿਮਾਚਲੀ ਸੀਗੇ, 2 ਬਿਹਾਰੀਏ ਸੀਗੇ, 2 ਬੰਗਾਲੀ ਸੀਗੇ, ਤਾਂ ਉਹ 39 ਸੀਗੇ ਜਿਹੜੇ ਉਹ ਮਰ ਚੁੱਕੇ ਆ। ਔਰ ਇਹ ਕਹਿੰਦੇ ਜੀ ਕਿ ਅਸੀਂ DNA ਭੇਜਿਆ ਸੀਗਾ ਇੱਧਰੋਂ, ਤਾਂ ਉਹ ਜਿਹੜੇ DNA ਸੀਗੇ ਉਹਨਾਂ ਦੇ ਨਾਲ ਮੈਚ ਕਰ ਗਏ ਆ। ਉਹ ਇੱਕ ਪਹਾੜੀ ਦੇ ਥੱਲੇ ਉਹਨਾਂ ਨੂੰ ਦਬਾਇਆ ਗਿਆ ਸੀਗਾ ਮਾਰ ਕੇ। ਪਹਿਲਾਂ ਉਹ ਲਾਸ਼ਾਂ ਲੱਭੀਆਂ ਗਈਆਂ, ਲਾਸ਼ਾਂ 39 ਦੀਆਂ 39 ਸੀ। ਲਾਸ਼ਾਂ ਕਾਹਦੀਆਂ, ਪਿੰਜਰ ਕਹਿ ਸਕਦੇ ਹੋ। ਤਾਂ ਉਹਨਾਂ ਦੇ ਨਾਲ DNA ਜਿਹੜੇ ਮੈਚ ਕਰ ਗਏ ਆ, ਯਾਨੀ 38 ਦੇ 100% ਮੈਚ ਕਰ ਗਏ ਆ। ਇੱਕ ਕਿਉਂਕਿ ਉਹਦੇ ਪੇਰੈਂਟਸ ਹੈ ਨਹੀਂ ਸੀਗੇ, ਉਹਦਾ 70% DNA ਮੈਚ ਕੀਤਾ। ਉਸ ਤੋਂ ਬਾਅਦ ਫਿਰ ਬੀਬੀ ਸੁਸ਼ਮਾ ਸਵਰਾਜ ਨੇ ਇੱਕ ਪ੍ਰੈਸ ਕਾਨਫਰੰਸ ਕਰ ਦਿੱਤੀ। ਉਹਦੇ 'ਚ ਕਿਹਾ ਕਿ ਦੇਖੋ, ਮੈਂ ਤਾਂ ਇੱਥੇ ਕਹਿੰਦੀ ਪਈ ਸਾਂ ਕਿ ਬਿਨਾਂ ਸਬੂਤ ਤੋਂ ਅਸੀਂ ਉਹਨਾਂ ਨੂੰ ਮ੍ਰਿਤਕ ਨਹੀਂ ਮੰਨ ਸਕਦੇ, ਉਹਨਾਂ ਦੇ ਜ਼ਿੰਦਾ ਹੋਣ ਦੀ ਗੱਲ ਨਹੀਂ ਕਹਿ ਸਕਦੇ। ਔਰ ਕਮਾਲ ਦੀ ਗੱਲ ਤੇ ਹੈ ਕਿ ਜਦੋਂ ਬੀਬੀ ਸੁਸ਼ਮਾ ਸਵਰਾਜ ਰਾਜ ਸਭਾ ਦੇ ਵਿੱਚ ਇਹ ਸਾਰੀ ਚੀਜ਼ ਰੱਖ ਰਹੀ ਸੀਗੀ ਤੇ ਪਿੱਛੇ ਬੈਠਾ ਸਾਬਕਾ ਫੌਜੀ ਜਰਨੈਲ VK ਸਿੰਘ ਮੇਜ ਥਪਥਪਾ ਰਿਹਾ ਸੀਗਾ, ਜਿਵੇਂ ਇੱਕ ਬਹੁਤ ਵੱਡਾ ਮਾਰਕਾ ਮਾਰਿਆ ਹੁੰਦਾ ਨਾ ਗੌਰਮੈਂਟ ਨੇ, ਏਦਾਂ ਉਹਨਾਂ ਨੂੰ ਸ਼ਾਬਾਸ਼ੀ ਦਿੱਤੀ ਜਾ ਰਹੀ ਸੀ। ਫਿਰ ਜਦੋਂ ਪ੍ਰੈਸ ਕਾਨਫਰੰਸ ਕੀਤੀ, ਔਰ ਦੇਖੋ ਕਿਉਂਕਿ ਇਹ ਬੀਬੀ ਉਹੀ ਸੁਸ਼ਮਾ ਸਵਰਾਜ ਆ ਜਿਹਨੇ ਖੁਦ ਅਸੈਂਬਲੀ 'ਚ ਗੱਲ ਆਖੀ ਸੀ ਕਿ ਮੁੰਡੇ ਜਾਂਦੇ ਆ ਜੀ। ਔਰ ਫਿਰ ਲੋਕ ਸਭਾ 'ਚ ਵੀ ਡਰਾਮਾ ਹੋਇਆ। ਕਾਂਗਰਸ ਇਸ ਮੁੱਦੇ ਨੂੰ ਕੈਸ਼ ਕਰਨ ਲਈ ਉੱਥੇ ਹੰਗਾਮਾ ਕਰਕੇ ਬਹਿ ਗਈ, ਜਦਕਿ ਇਹ ਬਹੁਤ ਸੰਵੇਦਨਸ਼ੀਲ ਮਸਲਾ ਸੀ। ਸਾਰੇ ਪਾਸੇ ਚਾਰ ਚੁਫੇਰੇ ਹੀ ਡਰਾਮਾ ਹੁੰਦਾ ਜਾਪਦਾ ਸੀਗਾ। ਟੈਲੀਵਿਜ਼ਨ ਡਿਬੇਟਾਂ ਤੇ ਵੀ ਉਹੀ ਰਾਜਨੀਤੀ, ਉਹੀ ਸਭ ਕੁਛ ਭੰਬਲ ਭੂਸਾ। ਪਰ ਇਹ ਜੋ ਕੁਛ ਵੀ ਵਾਪਰਿਆ ਬਹੁਤ ਮੰਦਭਾਗਾ ਸੀਗਾ, ਬਹੁਤ ਕਹਿਰਵਾਨ ਸੀਗਾ ਉਹਨਾਂ ਪਰਿਵਾਰਾਂ ਲਈ, ਜਿਨ੍ਹਾਂ ਪਰਿਵਾਰਾਂ ਦੇ ਆਪਣੇ ਅਜ਼ੀਜ਼ ਰੋਟੀ ਤਲਾਸ਼ ਗਏ ਸੀਗੇ ਪ੍ਰਦੇਸ਼ਾਂ ਦੇ ਵਿੱਚ, ਪਰ ਉਹ ਵਾਪਸ ਪਰਤੇ ਹੀ ਨਹੀਂ। ਹੁਣ ਉਹਨਾਂ ਪਰਿਵਾਰਾਂ ਦਾ ਕਹਿਣਾ ਕਿ ਦੇਖੋ, ਇਹ ਉੱਥੇ ਆਪਸ ਦੇ ਵਿੱਚ ਉਲਝੇ ਪਏ ਸੀਗੇ। ਜਿਹੜੀ ਵਿਰੋਧੀ ਧਿਰ ਸੀ ਉਹ ਇਹਦੇ ਤੇ ਦੋਸ਼ ਲਾਉਂਦੀ ਸੀ, ਸੱਤਾ ਧਿਰ ਤੇ ਸੱਤਾ ਧਿਰ ਇਹ ਉਹਨਾਂ ਤੇ ਦੋਸ਼ ਲਾਉਂਦੀ ਸੀਗੀ। ਇਹ ਇਸ ਤਰ੍ਹਾਂ ਦੀ ਦੂਸ਼ਣਬਾਜ਼ੀ ਇੱਕ ਦੂਜੇ ਤੇ ਕਰਦੇ ਰਹੇ। ਕਿਉਂਕਿ ਬੀਬੀ ਸੁਸ਼ਮਾ ਸਵਰਾਜ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹ ਕਾਂਗਰਸ ਨੂੰ ਟਾਰਗੇਟ ਕਰਕੇ ਕੀਤੀ ਗਈ ਕਿ ਦੇਖੋ ਜੀ, ਇਹਨਾਂ ਨੇ ਇਸ ਸੰਵੇਦਨਸ਼ੀਲ ਮੁੱਦੇ ਤੇ ਵੀ ਸੰਵੇਦਨਾ ਨਹੀਂ ਵਿਖਾਈ, ਲੋਕ ਸਭਾ ਦੇ ਵਿੱਚ ਡਰਾਮਾ ਕੀਤਾ। ਤੇ ਬੀਬੀ ਦੇ ਪਿੱਛੇ ਜਿਹੜਾ ਬੈਠਾ ਸਾਬਕਾ ਜਰਨੈਲ ਕਰਦਾ ਪਿਆ ਸੀ, ਉਹ ਡਰਾਮਾ ਦਿਸਿਆ ਨਹੀਂ ਇਹਨਾਂ ਨੂੰ। ਕੁੱਲ ਮਿਲਾ ਕੇ ਉਹ ਜਿਹੜੇ ਪਰਿਵਾਰ ਸੀ ਉਹ ਕਹਿੰਦੇ ਕਿ ਸਾਡੇ ਤੱਕ ਹੁਣ ਤੱਕ ਕੋਈ ਆਫੀਸ਼ੀਅਲ ਸੂਚਨਾ ਵੀ ਨਹੀਂ ਪਹੁੰਚਾਈ ਗਈ ਸਰਕਾਰ ਵੱਲੋਂ, ਜਦਕਿ ਇਹ ਉੱਥੇ ਹੀ ਇੱਕ ਦੂਜੇ ਨੂੰ ਪਹੁੰਚੇ ਮਾਰਦੇ ਰਹੇ। ਹੁਣ ਸਭ ਤੋਂ ਵੱਡਾ ਸਵਾਲ ਫਿਰ ਉਹੀ ਆ ਪਹੁੰਚੋ ਕਿ ਦੇਖੋ, ਇਹਨਾਂ ਪਰਿਵਾਰਾਂ ਦੇ ਨਾਲ ਰੱਜ ਕੇ ਝੂਠ ਬੋਲਿਆ ਗਿਆ। ਔਰ
ਕਮਾਲ ਦੀ ਗੱਲ ਤੇ ਇਹ ਆ ਕਿ ਜਿਹੜਾ ਹਰਜੀਤ ਮਸੀਹ ਬਚ ਕੇ ਆ ਗਿਆ ਸੀ, ਕਾਲਾ ਅਫਗਾਨਾ ਦਾ ਮੁੰਡਾ, ਉਹਨੇ ਜਦੋਂ ਆ ਕੇ ਕਿਹਾ ਸੀ ਉਹਨੂੰ ਕਹਿੰਦੇ ਸੀ ਝੂਠਾ। ਅੱਜ ਵੀ ਕਹਤਾ ਜੀ ਉਹ ਹਰਜੀਤ ਮਸੀਹ ਝੂਠਾ, ਪਰ ਝੂਠਾ ਕਿਵੇਂ ਆ? ਇਹਦਾ ਕੋਈ ਆਧਾਰ ਨਹੀਂ, ਕੋਈ ਆਧਾਰ ਨਹੀਂ ਇਹਦਾ ਕਿ ਝੂਠਾ ਕਿਵੇਂ। ਬੀਬੀ ਸੁਸ਼ਮਾ ਸਵਰਾਜ ਨੇ ਅੱਜ ਕਹਾਣੀ ਜੀ ਕੱਢ ਦਿੱਤੀ, ਕਹਿੰਦੀ ਜੀ ਉਹਦੀਆਂ ਗੱਲਾਂ 'ਚ ਵਿਰੋਧਾਭਾਸ ਸੀ, ਇਹ ਸੀ ਉਹ ਸੀ। ਜੇ ਉਹ ਝੂਠਾ ਸੀਗਾ ਤੇ ਉਹਨੂੰ 3 ਮਹੀਨੇ ਤੁਸੀਂ ਕਸਟਡੀ 'ਚ ਕਿਉਂ ਲੈ ਰੱਖਿਆ? ਉਹਦੇ ਤੇ ਕੇਸ ਕਾਹਤੋਂ ਫਾਈਲ ਕੀਤੇ? ਤੁਹਾਡੀਆਂ ਇੰਨੀਆਂ ਵੱਡੀਆਂ ਏਜੰਸੀਆਂ ਉਹਨੂੰ ਪੁੱਛਗਿੱਛ ਲਈ ਬੁਲਾਉਂਦੀਆਂ ਰਹੀਆਂ, ਉਹਨੂੰ ਇੰਟਰੋਗੇਟ ਕਰਦੀਆਂ ਰਹੀਆਂ। ਜੇ ਉਹ ਝੂਠਾ ਸੀ ਤੇ ਫਿਰ ਉਹਨਾਂ ਨੇ ਐਲਾਨਿਆ ਕਿ ਉਹਨੂੰ ਝੂਠ ਬੋਲਦਾ। ਔਰ ਉਹ ਤੇ ਹਰਜੀਤ ਮਸੀਹ ਇਹ ਕਹਿੰਦਾ ਕਿ ਮੈਨੂੰ ਨੌਕਰੀ ਦਾ ਵੀ ਲਾਲਚ ਦਿੱਤਾ ਸੀ ਇਹਨਾਂ ਨੇ ਕਿ ਤੂੰ ਚੁੱਪ ਰਹੋ। ਔਰ ਇੱਥੋਂ ਤੱਕ ਵਿਕਟਮ ਪਰਿਵਾਰ ਅੱਜ ਬੋਲੇ ਆ, ਉਹ ਕਹਿੰਦੇ ਅਸੀਂ ਜਦੋਂ ਬੀਬੀ ਸੁਸ਼ਮਾ ਸਵਰਾਜ ਨੂੰ ਮਿਲਣ ਜਾਂਦੇ ਸਾਂ ਤੇ ਅੱਗੋਂ ਭੱਜ ਕੇ ਪੈ ਜਾਂਦੀ ਸੀ ਸਾਨੂੰ ਕਿ ਤੁਸੀਂ ਇਸ ਮੁੱਦੇ ਤੇ ਚੁੱਪ ਰਹੋ। ਯਾਨੀ ਤੁਸੀਂ ਨਹੀਂ ਬੋਲਣਾ ਕੁਛ ਵੀ, ਕੋਈ ਇੰਟਰਵਿਊ ਨਹੀਂ ਦੇਣੀ, ਕੋਈ ਕੁਛ ਨਹੀਂ ਕਰਨਾ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਤੁਸੀਂ ਚੁੱਪ ਰਹੋ, ਅਸੀਂ ਜੋ ਕਰਦੇ ਪਏ ਸੋ ਸਹੀ ਕਰਦੇ ਪਏ। ਇਹ ਸਭ ਕੁਛ ਵਾਪਰਿਆ ਇੱਥੇ। ਪਰ ਜਿਹੜੀ ਹੁਣ ਮੁੱਕ ਦੀ ਗੱਲ ਹੈ, ਕਿਉਂਕਿ ਦੇਖੋ ਹਰਜੀਤ ਮਸੀਹ ਨੇ ਜਦੋਂ ਆ ਕੇ ਕਹਾਣੀ ਦੱਸੀ ਸੀਗੀ, ਪੰਜਾਬ ਦੇ ਬਹੁ ਗਿਣਤੀ ਦੇ ਲੋਕ ਇਹ ਮੰਨ ਬੈਠੇ ਸਨ ਕਿ ਪੰਜਾਬੀ ਨਹੀਂ ਰਹੇ। ਔਰ ਜਿਹੜੇ ਉਹਨਾਂ ਦੇ ਨਾਲ ਆ ਦੂਸਰੇ ਜਿਹੜੇ ਨੌਨ ਪੰਜਾਬੀ ਉਹ ਵੀ ਨਹੀਂ ਰਹੇ, ਬੰਦੇ ਮਰ ਚੁੱਕੇ ਆ। ਪਰ ਇਹਨਾਂ ਨੇ ਢਾਰਸ ਬਣਾਈ ਰੱਖੀ। ਹੁਣ ਉਹਦੇ ਲਈ ਇਹਨਾਂ ਨੂੰ ਇੱਕ ਤੇ ਮਾਫ਼ੀ ਮੰਗਣੀ ਚਾਹੀਦੀ ਆ ਕਿ ਇਹਨਾਂ ਨੇ ਝੂਠ ਬੋਲਿਆ, ਹਨੇਰੇ 'ਚ ਰੱਖਿਆ ਇਹਨਾਂ ਪਰਿਵਾਰਾਂ ਨੂੰ। ਔਰ ਦੂਸਰੀ ਗੱਲ ਇਹ ਕਿ ਉਹ ਸਾਰੇ ਪਰਿਵਾਰ ਗਰੀਬ ਪਰਿਵਾਰ ਆ, ਉਹ ਜਦੋਂ ਵਿਲਕਦੇ ਪਏ ਆ, ਕਿਸੇ ਦਾ ਘਰ ਕਿਰਾਏ ਤੇ ਆ, ਕਿਸੇ ਨੇ ਕਿਹਾ ਕਿ ਸਾਡਾ ਜਿਹੜਾ ਘਰ ਦਾ ਮੁਖੀ ਸੀਗਾ ਉਹ ਘਰ ਵੇਚ ਕੇ ਚਲੇ ਗਿਆ, ਕਿਸੇ ਨੇ ਆਖਿਆ ਕਿ ਗਹਿਣੇ ਰੱਖ ਕੇ ਜ਼ਮੀਨ ਚਲੇ ਗਿਆ। ਸੋ ਉਹ ਜਿਹੜੇ ਫਾਕੇ ਕੱਟਣ ਗਏ ਸੀਗੇ, ਜਿਹਦੇ ਲੋਕ ਆਪਣੀ ਮੁਫਲਸੀ ਕੱਟਣ ਗਏ ਸੀ, ਗੁਰਬਤ ਕੱਟਣ ਗਏ ਸੀਗੇ, ਤਾਂ ਉਹਨਾਂ ਦੇ ਪਿੱਛੇ ਜਿਹੜੇ ਹੁਣ ਪਰਿਵਾਰ ਬਚੇ ਆ, ਜੇ ਉਹਨਾਂ ਨੂੰ ਜਿੰਦੇ ਨਹੀਂ ਤੁਸੀਂ ਰੱਖ ਸਕੇ, ਜਿੰਦੇ ਨਹੀਂ ਬਚਾ ਸਕੇ, ਤਾਂ ਘੱਟੋ ਘੱਟ ਇਹਨਾਂ ਨੂੰ ਤਿਲ ਮਰਨ ਤੋਂ ਤੇ ਬਚਾਇਆ ਜਾਵੇ। ਇਹਨਾਂ ਨੂੰ ਕੋਈ ਯੋਗ ਮੁਆਵਜ਼ਾ ਦਿੱਤਾ ਜਾਵੇ, ਇਹਨਾਂ ਤੋਂ ਮਾਫੀ ਮੰਗੀ ਜਾਵੇ, ਇਹਨਾਂ ਦੇ ਨਾਲ ਹਮਦਰਦਾਨਾ ਵਤੀਰਾ ਰੱਖ ਕੇ ਕੋਈ ਇਹਨਾਂ ਨੂੰ ਰੁਜ਼ਗਾਰ ਦਿੱਤੇ ਜਾਣ। ਸੋ ਜ਼ਰੂਰਤ ਇਸੇ ਗੱਲ ਦੀ, ਹਾਲਾਂਕਿ ਸਾਡੀ ਪੰਜਾਬ ਦੀ ਲੀਡਰਸ਼ਿਪ ਹੈ ਜਿਹੜੀ, ਚਾਹੇ ਉਹ ਕਾਂਗਰਸ ਦੇ ਬਾਜਵਾ ਸਾਹਿਬ ਹੋਣ, ਚਾਹੇ ਆਮ ਆਦਮੀ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ, ਇਹਨਾਂ ਨੇ ਮੰਗ ਕੀਤੀ ਆ, ਕੈਪਟਨ ਅਮਰਿੰਦਰ ਸਿੰਘ ਨੇ ਵੀ ਮੰਗ ਕੀਤੀ ਆ, ਪਰ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਪੱਧਰ ਤੇ ਕਰਨਾ ਚਾਹੀਦਾ ਔਰ ਕੇਂਦਰ ਸਰਕਾਰ ਤੋਂ ਕਰਵਾਉਣਾ ਚਾਹੀਦਾ। ਜੀ ਜੀ ਬਿਲਕੁਲ ਜੀ, ਇਹ ਤਾਂ ਸ਼ਰੇਆਮ ਬਹੁਤ ਧੋਖਾ ਜਿਹੜਾ ਆ ਉਹਨਾਂ ਪਰਿਵਾਰਾਂ ਦੇ ਨਾਲ ਹੋਇਆ ਆ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, SC ST ਐਕਟ ਦੀ ਦੁਰਵਰਤੋਂ ਰੋਕਣ ਲਈ ਸੁਪਰੀਮ ਕੋਰਟ ਨੇ ਹੁਕਮ ਦਿੱਤੇ। ਦੇਖੋ ਸਾਡੇ ਇੱਥੇ SC ST ਐਕਟ ਬਣਿਆ ਹੋਇਆ, ਇਹ ਕੀ ਆ ਕਿ ਜਿਹੜੇ ਦਲਿਤ ਨੇ, ਪਛੜੇ ਵਰਗਾਂ ਤੋਂ ਨੇ, ਤਾਂ ਉਹਨਾਂ ਨੂੰ ਕੋਈ ਜਾਤੀ ਸੂਚਕ ਸ਼ਬਦ ਨਹੀਂ ਬੋਲ ਸਕਦਾ, ਜਾਤੀ ਸੂਚਕ ਉਹਨਾਂ ਦੀ ਕੋਈ ਬੇਇੱਜ਼ਤੀ ਨਹੀਂ ਕਰ ਸਕਦਾ। ਸੋ ਇਹ ਆਪਾਂ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਨਾਲ ਜਿਹੜਾ ਸ਼ਬਦੀ ਸ਼ੋਸ਼ਣ ਹੁੰਦਾ ਉਹਦੇ ਤੋਂ ਬਚਾਉਣ ਲਈ ਹੈ ਕਿ ਇੱਕ ਜੋ ਮਾਨ ਸਨਮਾਨ ਹੈ ਹਰੇਕ ਬੰਦੇ ਦਾ ਸੰਵਿਧਾਨ ਦੇ ਮੁਤਾਬਕ ਉਹ ਬਰਕਰਾਰ ਰਹੇ। ਤਾਂ ਹੋ ਕੀ ਰਿਹਾ ਕਿ ਇਹ ਕੁਵਰਤੋਂ ਦਾ ਕਿਤੇ ਨਾ ਕਿਤੇ ਕਾਰਨ ਬਣਦਾ ਪਿਆ ਸੀ। ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਮੈਨੂੰ ਯਾਦ ਆ, ਮੈਂ ਇੱਕ ਐਸੇ ਸਰਪੰਚ ਨੂੰ ਵੀ ਜਾਣਦਾ ਸਾਂ ਜਿਹਦੇ ਤੇ ਇਹੋ ਜਿਹਾ ਇੱਕ ਮੁਕੱਦਮਾ ਦਰਜ ਹੋ ਗਿਆ ਔਰ ਉਹ ਸਰਪੰਚ 2-3 ਮਹੀਨੇ ਅੰਦਰ ਰਹਿ ਕੇ ਆਇਆ, ਜਦਕਿ ਜਿਹੜਾ ਉਹ ਪਰਚਾ ਦਰਜ ਹੋਇਆ ਸੀਗਾ, ਜਿਸ ਦਿਨ ਦਾ ਪਰਚਾ ਕੱਟਿਆ ਗਿਆ ਸੀ ਉਸ ਦਿਨ ਸਰਪੰਚ ਉਸ ਥਾਂ ਤੇ ਮੌਜੂਦ ਹੀ ਹੈ ਨਹੀਂ ਸੀਗਾ, ਸਾਰਾ ਪਿੰਡ ਵੇਖਦਾ ਸੀਗਾ, ਉਸ ਦਿਨ ਹੈ ਨਹੀਂ ਸੀਗਾ। ਪਰ ਜ਼ੋਰ ਹੀ ਇੰਨਾ ਸੀਗਾ ਕਿ ਉਹ ਜਿਹੜਾ ਬੰਦਾ ਸੀਗਾ ਮੋਹਰਿਓਂ, ਉਹਦੇ ਬਿਆਨਾਂ ਤੇ ਪਰਚਾ ਕੱਟ ਦਿੱਤਾ ਗਿਆ, ਕੋਈ ਤਫਤੀਸ਼ ਨਹੀਂ ਹੋਈ। ਉਸ ਸਰਪੰਚ ਨੂੰ, ਮੌਕੇ ਦੇ ਸਰਪੰਚ ਨੂੰ ਅੰਦਰ ਜਾਣਾ ਪਿਆ ਤੇ ਫਿਰ ਮੁੜ ਕੇ ਮਿੰਨਤਾਂ ਕਰਕੇ ਰਾਜੀਨਾਮਾ ਕਰਨਾ ਪਿਆ। ਸਾਰੇ ਪਿੰਡ ਨੂੰ ਪਤਾ ਸੀਗਾ ਕਿ ਪਰਚਾ ਨਜਾਇਜ਼ ਆ, ਪਰ ਹੋ ਕੁਛ ਨਹੀਂ ਸੀ ਰਿਹਾ। ਸੋ ਇਹ ਇਸ ਤਰ੍ਹਾਂ ਦੇ ਕਈ ਮਾਮਲੇ ਹੁਣ ਹੋ ਕੀ ਰਿਹਾ ਸੀਗਾ, ਇਹ ਤੋਂ ਵੀ ਅੱਗੇ ਵੱਧ ਗਿਆ। ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਇਹ 20 ਸਾਲ ਪਿੱਛੇ ਦੀ ਆ, 15-20 ਸਾਲ ਪਿੱਛੇ ਦੀ ਆ। ਹੁਣ ਕੀ ਹੋ ਰਿਹਾ, ਮਸਲਨ ਜੇ ਕੋਈ ਸਰਕਾਰੀ ਬਾਬੂ ਆ, ਕੋਈ ਸਰਕਾਰੀ ਨੌਕਰੀ ਪੇਸ਼ੇ ਵਾਲਾ ਬੰਦਾ, ਉਹਨੂੰ ਵੀ ਇਸੇ ਐਕਟ ਦੇ ਵਿੱਚ ਉਲਝਾ ਲਿਆ ਜਾਂਦਾ। ਮਸਲਨ ਕੋਈ ਰੰਜਿਸ਼ ਆ ਜਾਂ ਕਿਸੇ ਨੇ ਕੰਮ ਕਰਨ ਤੋਂ ਇਨਕਾਰ ਕੀਤਾ ਜਾਂ ਥੋੜੀ ਬਹੁਤ ਕਈ ਵਾਰ ਖੈਰ ਕਲਾਮੀ ਹੋ ਜਾਂਦੀ ਹੈ, ਤਾਂ ਉਦੋਂ ਵੀ ਦੋਸ਼ ਲਾ ਕੇ ਪਰਚਾ ਦਰਜ ਕਰਵਾ ਦਿੱਤਾ ਜਾਂਦਾ। ਜਿੱਦਾਂ ਆ ਜਿਹੜੀਆਂ ਐਕਟਰਸ ਨੇ ਜ਼ਿਆਦਾ, ਉਹ ਮਾੜੀ ਜੀ ਕਿਸੇ ਨਾਲ ਤੂੰ ਮੈਂ ਵੀ ਹੋ ਜੇ ਤੇ ਜਾ ਕੇ ਛੇੜਛਾੜ ਦਾ ਪਰਚਾ ਕਰਾ ਦਿੰਦੀ ਆ। ਹੁਣ ਸਬੂਤ ਕੋਈ ਵੀ ਨਹੀਂ ਮੰਗਦਾ ਉਹਨਾਂ ਕੋਲ, ਕਿਉਂਕਿ ਬੀਬੀਆਂ ਦੀ ਸੁਣਵਾਈ ਹੁੰਦੀ ਆ, ਪਰਚਾ ਕੱਟ ਦਿੱਤਾ ਜਾਂਦਾ। ਤਾਂ ਹੁਣ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਪਹੁੰਚਿਆ ਕਿ ਇਸ SC ST ਐਕਟ ਦੀ ਕੁਵਰਤੋਂ ਬਹੁਤ ਹੋਣ ਡਈ ਆ, ਇਹਦਾ ਕੋਈ ਇਲਾਜ ਬਣਾਓ। ਹੁਣ ਸੁਪਰੀਮ ਕੋਰਟ ਨੇ ਹੁਕਮ ਦੇ ਦਿੱਤਾ ਕਿ ਦੇਖੋ, ਇੱਕ ਤੇ ਆ ਕਿ ਜਿਹੜਾ ਕੋਈ ਸਰਕਾਰੀ ਮੁਲਾਜ਼ਮ ਆ ਉਹਦੀ ਤੱਤ-ਫੱਟ ਗ੍ਰਿਫਤਾਰੀ ਨਹੀਂ ਹੋ ਸਕਦੀ। ਮਤਲਬ ਕਿਸੇ ਨੇ ਸ਼ਿਕਾਇਤ ਦਿੱਤੀ ਹੈ ਤੇ ਨਾਲ ਦੀ ਨਾਲ ਉਹਨੂੰ ਹੱਥ ਕੜੀ ਨਹੀਂ ਲਾਈ ਜਾ ਸਕਦੀ। ਜੇ
ਉਹਦੀ ਗ੍ਰਿਫਤਾਰੀ ਹੋਣੀ ਹੈ ਤਾਂ ਪਹਿਲਾਂ ਇੱਕ ਜਾਂਚ ਪੜਤਾਲ ਹੋਏਗੀ, ਉਹਦਾ ਸੀਨੀਅਰ ਅਧਿਕਾਰੀ ਜਾਂਚ ਪੜਤਾਲ ਕਰੂਗਾ ਔਰ ਉਸ ਤੋਂ ਬਾਅਦ ਜੇਕਰ ਜਾਂਚ ਪੜਤਾਲ 'ਚ ਇਹ ਮਾਮਲਾ ਕੁਝ ਬਣਦਾ ਹੈ ਤਾਂ ਫਿਰ ਗ੍ਰਿਫਤਾਰੀ ਹੋਏਗੀ। ਇਹ ਨਹੀਂ ਹੈ ਕਿਸੇ ਦੀ ਗ੍ਰਿਫਤਾਰੀ ਹੋ ਜੂਗੀ, ਸ਼ਿਕਾਇਤ ਦਿੱਤੀ ਉਸ ਤੋਂ ਬਾਅਦ ਗ੍ਰਿਫਤਾਰੀ ਪੈ ਗਈ। ਔਰ ਇਸੇ ਤਰ੍ਹਾਂ ਜੇ ਕੋਈ ਸਿਵਿਲੀਅਨ ਆ ਤਾਂ ਉਹਦੇ ਮਾਮਲੇ ਦੇ ਵਿੱਚ SSP ਕੋਲ ਪਹਿਲਾਂ ਸ਼ਿਕਾਇਤ ਜਾਊਗੀ, ਜਿਹੜਾ ਜ਼ਿਲ੍ਹਾ ਪੁਲਿਸ ਮੁਖੀ ਹੁੰਦਾ, ਤਾਂ SSP DSP ਪੱਧਰ ਦੇ ਇੱਕ ਅਧਿਕਾਰੀ ਨੂੰ ਅੱਗੇ ਇਨਕੁਆਇਰੀ ਲਈ ਭੇਜੂਗਾ। ਉਹ ਇਨਕੁਆਇਰੀ ਕਰੂਗਾ ਕਿ ਇਹ ਮਾਮਲਾ ਬਣਦਾ ਜਾਂ ਪਹਿਲੀ ਨਜ਼ਰੇ ਮਾਮਲਾ ਝੂਠਾ ਜਾਪਦਾ। ਜੇ ਮੰਨ ਲਓ ਮਾਮਲਾ ਝੂਠਾ ਜਾਪਦਾ ਤਾਂ ਫਿਰ ਜਿਹਨੂੰ ਆਪਾਂ ਐਂਟੀਸਪੇਟਰੀ ਬੇਲ ਕਹਿੰਦੇ ਹਾਂ, ਜਿਹਨੂੰ ਅਗਾਊ ਜ਼ਮਾਨਤ ਕਹਿੰਦੇ ਆ, ਤਾਂ ਉਹ ਬੰਦਾ ਅਗਾਊ ਜ਼ਮਾਨਤ ਦਾ ਵੀ ਹੱਕਦਾਰ ਹੋਏਗਾ, ਯਾਨੀ ਉਹਦੀ ਗ੍ਰਿਫਤਾਰੀ ਨਹੀਂ ਹੋਊਗੀ ਜੀ। ਸੋ ਇਹ ਸੁਪਰੀਮ ਕੋਰਟ ਨੇ ਸਾਫ਼ ਕਰ ਦਿੱਤਾ। ਮੇਰੇ ਖਿਆਲ ਦੇ ਨਾਲ ਇਹ ਜ਼ਰੂਰੀ ਵੀ ਸੀਗਾ। ਹਾਲਾਂਕਿ ਇਹ ਕਾਨੂੰਨ ਵਧੀਆ, ਜਿਹੜੇ ਲੋਕ ਪਛੜੇ ਨੇ ਆਰਥਿਕ ਤੌਰ ਤੇ, ਰਾਜਸੀ ਤੌਰ ਤੇ, ਸਮਾਜਿਕ ਤੌਰ ਤੇ, ਉਹਨਾਂ ਨੂੰ ਬਹੁਤ ਸਾਰੀ ਜ਼ਲਾਲਤ ਝੱਲਣੀ ਪੈਂਦੀ ਸਮਾਜ ਦੇ ਵਿੱਚ। ਤੁਹਾਨੂੰ ਪਤਾ ਡਿਸਕ੍ਰਿਮੀਨੇਸ਼ਨ ਹੁੰਦੀ ਆ, ਪਰ ਇਹਦੀ ਕਵਰਤੋਂ ਵੀ ਹੋ ਰਹੀ ਸੀ। ਔਰ ਕਈ ਵਾਰ ਤੇ ਇਹ ਸੀਗਾ ਕਿ ਦੋ ਸਵਰਨ ਜਾਤੀਆਂ ਦੇ ਬੰਦੇ ਆ ਜਿਹੜੇ, ਉਹ ਆਪੋ ਵਿੱਚ ਦੀ ਲਾਗਡਾਟ ਰੱਖਦੇ, ਪਰ ਤੀਜਾ ਬੰਦਾ ਜਿਹੜਾ ਉਹ ਵੀ ਇੱਕ ਇਨਵੋਲਵ ਕਰ ਲਿਆ ਜਾਂਦਾ ਸੀਗਾ ਖਿੜਬਾਜ਼ੀ ਕੱਢਣ ਲਈ। ਸੋ ਇਹ ਸਾਰੀਆਂ ਚੀਜ਼ਾਂ ਸਨ। ਪਰ ਇਹਦੇ ਵਿੱਚ ਇੱਕ ਚੀਜ਼ ਹੋਰ ਵੇਖਣ ਵਾਲੀ ਆ ਕਿ ਪਿੱਛੇ ਜੇ ਸੁਪਰੀਮ ਕੋਰਟ ਨੇ ਆ ਜਿਹੜੇ ਦਾਜ ਦੇਜ ਵਾਲੇ ਮਾਮਲੇ ਆ, ਜਿਵੇਂ ਮੰਨ ਲਓ ਕੋਈ ਬੀਬੀ ਸ਼ਿਕਾਇਤ ਕਰ ਦਿੰਦੀ, ਸਾਰਾ ਟੱਬਰ ਹੀ ਟੰਗਿਆ ਜਾਂਦਾ ਸੀਗਾ, ਤਾਂ ਉਸ ਮਾਮਲੇ 'ਚ ਵੀ ਇਸ ਤਰ੍ਹਾਂ ਦੇ ਹੁਕਮ ਦਿੱਤੇ ਸੀਗੇ ਕਿ ਕਮੇਟੀਆਂ ਜਿਹੜੀਆਂ ਨੇ ਉਹ ਪਹਿਲਾਂ ਜਾਂਚ ਪੜਤਾਲ ਕਰਨ, ਜ਼ਿਲ੍ਹਾ ਪੱਧਰ ਤੇ ਕਮੇਟੀਆਂ ਬਣਾਈਆਂ ਜਾਣ, ਕਮੇਟੀਆਂ ਜਾਂਚ ਪੜਤਾਲ ਕਰਨ ਕਿ ਕੀ ਵਾਕਿਆ ਮਾਮਲਾ ਬਣਦਾ, ਉਸ ਤੋਂ ਬਾਅਦ ਗ੍ਰਿਫਤਾਰੀਆਂ ਹੋਣ। ਪਰ ਉਹ ਜ਼ਮੀਨੀ ਪੱਧਰ ਤੇ ਹੁਣ ਤੱਕ ਹੁਕਮ ਲਾਗੂ ਨਹੀਂ ਹੋ ਸਕਿਆ ਪ੍ਰੋਪਰ। ਸੋ ਜ਼ਰੂਰਤ ਇਸ ਗੱਲ ਦੀ ਆ ਕਿ ਜਿਹੜੇ ਇਹ ਹੁਕਮ ਬਹੁਤ ਵਧੀਆ ਨੇ, ਇਹ ਹੁਕਮ ਜਲਦੀ ਤੋਂ ਜਲਦੀ ਧਰਾਤਲੀ ਹਕੀਕਤ ਦੇ ਤੌਰ ਤੇ ਲਾਗੂ ਵੀ ਕਰਨੇ ਚਾਹੀਦੇ ਆ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਗੁਰਬਖਸ਼ ਸਿੰਘ ਖਾਲਸਾ ਨੇ ਪਾਣੀ ਦੀ ਟੈਂਕੀ ਤੋਂ ਛਾਲ ਮਾਰੀ। ਦੇਖੋ, ਇਹ ਭਾਈ ਗੁਰਬਖਸ਼ ਸਿੰਘ ਖਾਲਸਾ ਉਹੀ ਹੈ ਜਿਹਨੇ ਭੁੱਖ ਹੜਤਾਲਾਂ ਕੀਤੀਆਂ ਸਨ। ਬਹੁਤਿਆਂ ਨੂੰ ਤੇ ਭੁੱਲ ਭੁਲਾ ਗਿਆ, ਸੋਸ਼ਲ ਮੀਡੀਆ ਵਾਲੇ ਤੇ ਚੇਤਾ ਕਰ ਲੈਂਦੇ ਸਨ ਕਦੇ ਕਦੇ। ਪਰ ਅੱਜ ਜਿਹੜੀ ਖਬਰ ਆਈ ਆ, ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਸ਼ਾਮੀ ਆਪਣੇ ਪਿੰਡ ਠਸਕਾ ਵਾਲੀ ਦੇ ਵਾਟਰ ਵਰਕਸ ਵਾਲੀ ਟੈਂਕੀ ਤੋਂ ਛਾਲ ਮਾਰ ਦਿੱਤੀ ਆ। ਤੇ ਅਧਿਕਾਰਤ ਤੌਰ ਤੇ ਬੇਸ਼ੱਕ ਪੁਸ਼ਟੀ ਨਹੀਂ ਹੋ ਰਹੀ, ਪਰ ਸਾਰੇ ਕਹਿ ਰਹੇ ਆ, ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਪੱਤਰਕਾਰ ਵੀ ਸ਼ਾਮਲ ਆ, ਉਹ ਕਹਿ ਰਹੇ ਆ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਚੜਾਈ ਕਰ ਗਿਆ, ਉਹਨਾਂ ਦਾ ਇੰਤਕਾਲ ਹੋ ਗਿਆ, ਉਹ ਫੌਤ ਹੋ ਗਏ ਆ। ਔਰ ਇਹ ਸਾਰਾ ਕੁਛ ਜਿਹੜਾ ਵਾਪਰਿਆ ਬੜੀ ਛੇਤੀ ਘਟਨਾਕ੍ਰਮ ਵਾਪਰਿਆ, ਬੜੀ ਕਾਹਲੀ ਕਾਹਲੀ ਘਟਨਾਕ੍ਰਮ ਵਾਪਰਿਆ। ਦੱਸਦੇ ਆ ਕਿ ਦੁਪਹਿਰ ਨੂੰ ਭਾਈ ਸਾਹਿਬ ਜਿਹੜੇ ਸੀਗੇ ਉਹ ਆਪਣੇ ਪਿੰਡ ਦੀ ਟੈਂਕੀ ਤੇ ਚੜ੍ਹ ਗਏ ਔਰ ਮੰਗ ਉਹੀ ਸੀਗਾ ਕਿ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ, ਜਿਹੜੇ ਕਿ ਬਹੁਤ ਲੰਮੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਨਜ਼ਰ ਪਾਉਂਦੇ ਆ। ਫਿਰ ਸ਼ਾਮੀ ਦੱਸਦੇ ਆ ਕਿ ਕੁਛ ਪੁਲਿਸ ਵਾਲਿਆਂ ਨੇ ਜ਼ਬਰਦਸਤੀ ਟੈਂਕੀ ਤੇ ਚੜ੍ਹ ਕੇ ਉਹਨੂੰ ਉਤਾਰਨ ਦਾ ਯਤਨ ਕੀਤਾ। ਜਦੋਂ ਉਹਨੂੰ ਲੱਗਿਆ ਕਿ ਪੁਲਿਸ ਵਾਲੇ ਉੱਤੇ ਆਉਣਗੇ ਤੇ ਫਿਰ ਉਹਨੇ ਛਾਲ ਮਾਰ ਦਿੱਤੀ ਹੈ। ਇਸ ਗੱਲ ਦੀ ਪੁਸ਼ਟੀ ਉਹਦੇ ਭਤੀਜੇ ਨੇ ਕੀਤੀ ਆ। ਹੁਣ ਇਸ ਮਾਮਲੇ ਦੇ ਵਿੱਚ ਇਹੋ ਹੀ ਅਪਡੇਟ ਹੈ। ਅਧਿਕਾਰਤ ਤੌਰ ਤੇ ਹਾਲੇ ਕੋਈ ਸੂਚਨਾ ਨਹੀਂ ਹੈ ਸਾਡੇ ਕੋਲ, ਪਰ ਅਣਅਧਿਕਾਰਤ ਤੌਰ ਤੇ ਬਹੁਤ ਸਾਰੀਆਂ ਸੂਚਨਾਵਾਂ ਆ ਰਹੀਆਂ ਨੇ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸਵਾਸ ਤੇ ਆ ਗਏ ਆ। ਸੋ ਇਹ ਮੰਦਭਾਗੀ ਖਬਰ ਆ। ਵੈਸੇ ਜਦੋਂ ਉਹ ਚੜ੍ਹੇ ਆ ਟੈਂਕੀ ਤੇ ਸੋਸ਼ਲ ਮੀਡੀਆ ਦਾ ਰੰਗ ਰੂਪ ਹੋਰ ਸੀਗਾ। ਹੁਣ ਜਦੋਂ ਇਹ ਖਬਰ ਆਈ ਆ, ਸੋਸ਼ਲ ਮੀਡੀਆ ਰੰਗ ਬਤਾ ਗਿਆ। ਪਰ ਮੈਂ ਸਮਝਦਾ ਕਿ ਦੇਖੋ, ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਜੇ ਗਲਤੀਆਂ ਕੀਤੀਆਂ ਤਾਂ ਠੀਕ, ਗਲਤੀਆਂ ਆਪਣੀ ਥਾਂ ਤੇ ਆ, ਪਰ ਉਸ ਬੰਦੇ ਦੇ ਖਾਤੇ 'ਚ ਇਹ ਇੱਕ ਪ੍ਰਾਪਤੀ ਜਾਂਦੀ ਆ ਕਿ ਬੰਦੀ ਸਿੰਘਾਂ ਵਾਲਾ ਮੁੱਦਾ ਸੀਗਾ ਜਿਹੜਾ, ਉਹ ਅੱਜ ਤੱਕ ਅਣਗੌਲਿਆ ਪਿਆ ਸੀ। ਇਸ ਬੰਦੇ ਕਰਕੇ ਉਹ ਲੋਕਾਂ ਦੀਆਂ ਨਜ਼ਰਾਂ 'ਚ ਆਇਆ, ਚਰਚਾ ਦਾ ਵਿਸ਼ਾ ਬਣਿਆ। ਔਰ ਇਹ ਵੀ ਇੱਕ ਪ੍ਰਾਪਤੀ ਗੁਰਬਖਸ਼ ਸਿੰਘ ਖਾਲਸਾ ਦੇ ਖਾਤੇ 'ਚ ਜਾਊਗੀ ਕਿ ਉਸ ਬੰਦੇ ਕਰਕੇ ਕੁਛ ਬੰਦੀ ਸਿੰਘਾਂ ਨੂੰ ਪੈਰੋਲ ਮਿਲੀ, ਇੱਕਾ ਦੁੱਕਾ ਨੂੰ ਪੱਕੀ ਰਿਹਾਈ ਵੀ ਮਿਲੀ। ਔਰ ਜੇ ਮੁੱਦਾ ਨਾ ਚੁੱਕਿਆ ਜਾਂਦਾ ਤੇ ਸ਼ਾਇਦ ਉਹ ਲੰਮੇ ਸਮੇਂ ਤੱਕ ਹਾਲੇ ਹੋਰ ਵੀ ਜੇਲ੍ਹਾਂ ਦੇ ਵਿੱਚ ਰਹਿੰਦੇ ਜਾਂ ਪੈਰੋਲ ਤੋਂ ਮਹਿਰੂਮ ਰਹਿ ਜਾਂਦੇ। ਇਹ ਚੀਜ਼ਾਂ ਗੁਰਬਖਸ਼ ਸਿੰਘ ਖਾਲਸਾ ਦੇ ਨਾਲ ਜੁੜਨੀਆਂ। ਠੀਕ ਆ ਕਿ 2 ਵਾਰ ਭੁੱਖ ਹੜਤਾਲ ਉਹਨਾਂ ਨੇ ਬੜੇ ਵਿਵਾਦਤ ਅਰਦਾਸ ਕਰਕੇ ਜੋ ਉਹ ਤੋੜੀ ਗਈ। ਸੋ ਇਸ ਕਰਕੇ ਉਹਨਾਂ ਦੀ ਨੁਕਤਾਚੀਨੀ ਬੜੀ ਹੁੰਦੀ ਸੀ, ਮਜ਼ਾਕ ਬਣਦਾ ਸੀ। ਤਾਂ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਜ਼ਹਿਨੀ ਤੌਰ ਤੇ ਉਹ ਦਬਾਅ ਵੀ ਇੱਕ ਬਣਿਆ, ਕਿਉਂਕਿ ਇਕੱਲੇ ਪੈ ਗਏ, ਕਲਾਪੇ ਰਹਿ ਗਏ। ਉਹਨਾਂ ਨੂੰ ਸੀ ਕਿ ਮੇਰੇ ਨਾਲ ਸ਼ਾਇਦ ਫਿਰ ਸਮਰਥਨ ਜੁਟ ਜਾਊਗਾ, ਲੋਕ ਮੇਰੇ ਤੇ ਯਕੀਨ ਕਰਨਗੇ। ਲੋਕਾਂ ਨੇ ਯਕੀਨ ਨਹੀਂ ਕੀਤਾ, ਤਾਂ ਹੀ ਉਹਨਾਂ ਨੇ ਕੋਈ ਐਤਕੀ ਗੁਰਦੁਆਰਾ ਨਹੀਂ ਚੁਣਿਆ, ਕੋਈ ਇਹੋ ਜਿਹੀ ਜਗ੍ਹਾ ਨਹੀਂ ਚੁਣੀ ਸੰਘਰਸ਼ ਕਰਨ ਲਈ। ਸਿਰਫ ਤੇ ਸਿਰਫ ਇੱਕ ਟੈਂਕੀ ਦਿਖੀ ਉਹਨਾਂ ਨੂੰ
ਔਰ ਟੈਂਕੀ ਤੇ ਚੜੇ ਆ ਤਾਂ ਫਿਰ ਉਹਨਾਂ ਨੂੰ ਲੱਗਿਆ ਕਿ ਜੇ ਪੁਲਿਸ ਨੇ ਉਤਾਰ ਲਿਆ ਤਾਂ ਹੋ ਸਕਦਾ ਲੋਕ ਫਿਰ ਕਹਿਣਗੇ ਕਿ ਇਹ ਰਲਿਆ ਕੇ ਡਰਾਮਾ ਕਰਦਾ। ਤਾਂ ਮੈਨੂੰ ਲੱਗਦਾ ਕਿ ਇੱਕ ਜਿਹੜਾ ਪ੍ਰੈਸ਼ਰ ਬਿਲਡਅਪ ਹੋਇਆ, ਉਸ ਪ੍ਰੈਸ਼ਰ ਕਰਕੇ ਹੀ, ਦਬਾਅ ਕਰਕੇ ਹੀ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਕਦਮ ਚੁੱਕਿਆ। ਜੋ ਮਰਜ਼ੀ ਹੈ, ਇਹ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਕਿ ਇਹ ਕਾਮਯਾਬੀ, ਇਹ ਪ੍ਰਾਪਤੀ ਉਹਨਾਂ ਦੇ ਖਾਤੇ 'ਚ ਜੁੜੇਗੀ। ਹਾਂ, ਜਿਹੜੇ ਵਿਵਾਦ ਆ ਉਹ ਆਪਣੀ ਥਾਂ ਹਮੇਸ਼ਾ ਚਰਚਾ 'ਚ ਰਹਿਣਗੇ। ਜੀ ਜੀ, ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਰੋਹਿੰਗਿਆ ਮੁਸਲਮਾਨਾਂ ਨੂੰ ਬੁਨਿਆਦੀ ਸੁਵਿਧਾਵਾਂ ਦੇਣ ਦੇ ਮਾਮਲੇ 'ਚ ਸੁਪਰੀਮ ਕੋਰਟ ਹੁਕਮ ਦੇਣ ਤੋਂ ਇਨਕਾਰ ਕੀਤਾ ਹੈ। ਰੋਹਿੰਗਿਆ ਮੁਸਲਮਾਨਾਂ ਦਾ ਮਾਮਲਾ ਆਪਾਂ ਮੇਰੇ ਖਿਆਲ ਦੇ ਨਾਲ ਪਿਛਲੇ ਸਾਲ ਅਗਸਤ ਤੋਂ ਵਿਚਾਰਨ ਲੱਗੇ ਸਾਂ ਜੀ, ਜਦੋਂ ਬਹੁਤ ਵੱਡੇ ਪੱਧਰ ਤੇ ਇੱਥੇ ਹਿਜਰਤ ਹੋਈ ਭਾਰਤ ਦੇ ਵਿੱਚ। ਫਿਰ ਇਹ ਮਾਮਲਾ ਤੁਹਾਨੂੰ ਪਤਾ ਹੀ ਆ ਕਿ ਉਸ ਸਮੇਂ ਗੁੰਝਲਦਾਰ ਬਣ ਗਿਆ ਜਦੋਂ ਭਾਰਤ ਵਾਲਿਆਂ ਨੇ ਆਖਿਆ ਕਿ ਅਸੀਂ ਰੋਹਿੰਗਿਆ ਨੂੰ ਇੱਥੇ ਨਹੀਂ ਰੱਖ ਸਕਦੇ, ਕਿ ਮਿਆਂਮਾਰ ਦੇ ਵਿੱਚ ਵਾਪਸ ਚਲੇ ਜਾਣ। ਉਸ ਮਿਆਂਮਾਰ ਦੇ ਵਿੱਚ ਜਿੱਥੇ ਮਾਰਾਮਾਰ ਹੋਣ ਡਈ ਇਹਨਾਂ ਦੀ ਨਾਲ, ਔਰ UN ਦੇ ਜਿਹੜੇ ਅਧਿਕਾਰੀ ਵੀ ਗਏ ਸੀਗੇ, ਪਹਿਲਾਂ ਤੇ ਉਹਨਾਂ ਨੂੰ ਦਾਖਲ ਹੀ ਨਹੀਂ ਸੀ ਹੋਣ ਦਿੱਤਾ ਗਿਆ। ਜੇ ਉਹ ਗਏ ਤੇ ਉੱਥੋਂ ਇਹ ਰਿਪੋਰਟ ਲੈ ਕੇ ਆਏ ਕਿ ਜਿੰਨਾ ਜ਼ਬਰ ਇਹਨਾਂ ਤੇ ਹੋਇਆ ਉਹ ਇਨਸਾਨੀ ਹਕੂਕਾਂ ਦੇ ਘਾਣ ਲਈ ਬਹੁਤ ਜ਼ਿਆਦਾ ਹੈ ਜੀ। ਔਰ ਇਸ ਸੂਰਤ ਦੇ ਵਿੱਚ ਕਿ ਉੱਥੇ UN ਵੀ ਕਰਾ ਰਿਹਾ, ਸਾਰਾ ਕੌਮਾਂਤਰੀ ਮਨੁੱਖੀ ਭਾਈਚਾਰਾ ਜਿਹੜਾ ਉਹ ਵੀ ਤਰਾ ਕਰਦਾ, ਤਰਸ ਹੈ ਸਾਰੇ। ਤੇ ਇੱਧਰ ਸਾਡੇ ਭਾਰਤ ਵਾਲੇ ਕਹਿੰਦੇ ਸੀਗੇ ਕਿ ਰੋਹਿੰਗਿਆ ਜਿਹੜੇ ਉਹ ਸਾਡੀ ਇੰਟਰਨਲ ਡਿਫੈਂਸ ਲਈ ਬਹੁਤ ਜ਼ਿਆਦਾ ਖਤਰਾ ਸਾਬਤ ਹੋ ਸਕਦੇ ਆ। ਤਾਂ ਇਹ ਫਿਰ ਮਾਮਲਾ ਚਲੇ ਗਿਆ ਸੁਪਰੀਮ ਕੋਰਟ 'ਚ, ਕਿਉਂਕਿ ਇਹਨਾਂ ਨੇ ਅਸੈਂਬਲੀ 'ਚ ਖੜ ਕੇ ਕਹਿ ਦਿੱਤਾ ਸੀਗਾ ਕਿ ਅਸੀਂ 40,000 ਦੇ ਕਰੀਬ ਜਿਹੜੇ ਰੋਹਿੰਗਿਆ ਸ਼ਰਨਾਰਥੀ ਹੈ ਇਹਨਾਂ ਨੂੰ ਅਸੀਂ ਵਾਪਸ ਭੇਜ ਦੇਣਾ। ਤਾਂ ਫਿਰ ਸੁਪਰੀਮ ਕੋਰਟ 'ਚ ਚਲੇ ਗਿਆ ਮਾਮਲਾ। ਹੁਣ ਮਾਮਲਾ ਸੁਪਰੀਮ ਕੋਰਟ 'ਚ ਹਾਲੇ ਨਿਬੜਿਆ ਨਹੀਂ, ਤਾਂ ਉਸ ਤੋਂ ਪਹਿਲਾਂ ਇਹ ਕਿਹਾ ਗਿਆ ਕਿ ਘੱਟੋ ਘੱਟ ਇਹਨਾਂ ਸ਼ਰਨਾਰਥੀਆਂ ਨੂੰ ਬੁਨਿਆਦੀ ਸਹੂਲਤ ਤੇ ਦਿੱਤੀ ਜਾਵੇ। ਬੁਨਿਆਦੀ ਸਹੂਲਤ ਕੀ ਆ ਕਿ ਇੱਕ ਤੇ ਸਿਹਤ ਨਾਲ ਜੁੜੀ ਸਹੂਲਤ ਹੋਵੇ, ਔਰ ਦੂਸਰਾ ਜਿਹੜੇ ਇਹਨਾਂ ਦੇ ਬੱਚੇ ਆ ਘੱਟੋ ਘੱਟ ਇਹਨਾਂ ਦਾ ਕੋਈ ਮੁੱਢਲਾ ਤਾਲੀਮ ਦਾ ਪ੍ਰਬੰਧ ਤੇ ਕੀਤਾ ਜਾਵੇ। ਸੁਪਰੀਮ ਕੋਰਟ ਨੇ ਜਦੋਂ ਕੇਂਦਰ ਤੋਂ ਜਵਾਬ ਮੰਗਿਆ ਇਸ ਨੁਕਤੇ ਤੇ, ਤਾਂ ਕੇਂਦਰ ਨੇ ਜਾ ਕੇ ਆਖਿਆ ਕਿ ਦੇਖੋ ਅਸੀਂ ਇਹਨਾਂ ਸੁਵਿਧਾਵਾਂ ਨੂੰ ਦੇਣ ਦਾ ਵਿਰੋਧ ਕਰਦੇ ਹਾਂ, ਔਰ ਨਾਲ ਕੇਂਦਰ ਨੇ ਇਹ ਵੀ ਕਿਹਾ ਕਿ ਇਹੋ ਜਿਹੀਆਂ ਜਿਹੜੀਆਂ ਪਟੀਸ਼ਨਾਂ ਨੇ ਇਹਦੇ ਤੇ ਵਿਚਾਰ ਹੀ ਨਹੀਂ ਕਰਨਾ ਚਾਹੀਦਾ ਇਹਨਾਂ ਤੇ, ਬਲਕਿ ਇਹ ਦੇਖਣਾ ਚਾਹੀਦਾ ਹੈ ਕਿ ਦੇਸ਼ ਨੂੰ ਅਸਥਿਰ ਕੌਣ ਕਰਦਾ ਪਿਆ ਜਾਂ ਆਬਾਦੀ ਨੂੰ ਬਦਲਣ ਦਾ ਯਤਨ ਕੌਣ ਕਰਦਾ ਪਿਆ। ਤੁਸੀਂ ਇਸ ਗੱਲ ਨੂੰ ਅਖੀਰਲੀ ਲਾਈਨ ਨੂੰ ਥੋੜਾ ਜਿਹਾ ਚਿੱਠ ਕੇ ਦੇਖੋ ਕਿ ਕੇਂਦਰ ਦਾ ਜਵਾਬ ਕੀ ਹੈ ਕਿ ਇਸ ਦੇਸ਼ ਨੂੰ ਅਸਥਿਰ ਕੌਣ ਕਰਦਾ ਪਿਆ ਔਰ ਇਸ ਦੇਸ਼ ਦੀ ਵਸੋਂ ਨੂੰ ਪ੍ਰਭਾਵਿਤ ਕੌਣ ਕਰਦਾ, ਮਤਲਬ ਮੁਸਲਮਾਨ। ਜਦ ਕਿ ਬਹੁ ਗਿਣਤੀ 'ਚ ਕੌਣ ਆ? ਬਹੁ ਗਿਣਤੀ 'ਚ ਉਹ ਲੋਕ ਆ ਜਿਨ੍ਹਾਂ ਦੇ ਰਹਿਬਰ, ਜਿਨ੍ਹਾਂ ਦੇ ਆਗੂ ਅਕਸਰ ਕਹਿ ਦਿੰਦੇ ਆ ਕਿ 4 ਬੱਚੇ ਪੈਦਾ ਕਰੋ, 10 ਬੱਚੇ ਪੈਦਾ ਕਰੋ। ਇਹ ਇੱਕ 40,000 ਦੇ ਸ਼ਰਨਾਰਥੀ ਵਰਗ ਨੂੰ ਕਹਿ ਰਹੇ ਆ ਕਿ ਸਾਡੀ ਵਸੋਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਕੀਤਾ ਜਾ ਰਿਹਾ, ਸਾਡੇ ਦੇਸ਼ ਨੂੰ ਅਸਥਿਰ ਕਰਨ ਦਾ ਯਤਨ ਕੀਤਾ ਜਾ ਰਿਹਾ। ਮੈਂ ਪੁੱਛਦਾ ਕਿ ਜਿਹੜੇ ਬੱਚੇ ਆ ਉਹਨਾਂ ਦੇ ਦੁੱਧ ਚੁੰਘਦੇ ਬੱਚੇ ਆ ਉਹ ਸਾਡੇ ਦੇਸ਼ ਨੂੰ ਕਿੱਦਾਂ ਅਸਥਿਰ ਕਰਦੇ ਪਏ ਆ? ਜਿਹੜੇ ਉਹਨਾਂ ਦੇ ਲਾਚਾਰ ਬੁੱਢੇ ਆ ਉਹ ਕਿੱਦਾਂ ਸਾਡੇ ਦੇਸ਼ ਨੂੰ ਅਸਥਿਰ ਕਰਦੇ ਪਏ ਆ? ਕਮਾਲ ਦੀ ਗੱਲ ਹੈ ਕਿ ਇਸ ਸਮੇਂ ਜਦੋਂ ਸੀਰੀਅਨ ਲੋਕਾਂ ਲਈ ਜਰਮਨ ਬੂਹੇ ਖੋਲੀ ਬੈਠਾ, ਇੱਥੋਂ ਤੱਕ ਕਿ ਹੁਣ ਤੇ ਯੂਰਪ ਵੀ ਹੈ ਜਿਹੜਾ ਉਹ ਵੀ ਥੋੜਾ ਜਿਹਾ ਢਿੱਲਾ ਰਵੱਈਆ ਰੱਖਦਾ। ਜਦੋਂ ਪੂਰੀ ਦੁਨੀਆ ਮਨੁੱਖੀ ਪਾਪ ਤੋਂ ਸ਼ਰਨਾਰਥੀਆਂ ਲਈ ਬੂਹੇ ਖੋਲੀ ਜਾਂਦੀ ਹੈ ਤਾਂ ਭਾਰਤ ਇਹੋ ਜਿਹੀ ਤੰਗ ਸਮਝ ਤੋਂ ਪਰੇ ਦੀ ਗੱਲ ਹੈ। ਚਲੋ ਸ਼ਰਨਾਰਥੀਆਂ ਨੇ ਇੱਕ ਦਿਨ ਜਾਣਾ, ਠੀਕ ਹੈ, ਤੁਸੀਂ ਉਹਨਾਂ ਨੂੰ ਘਲਾ ਕੇ ਰਹਿਣਾ, ਪਰ ਘੱਟੋ ਘੱਟ ਜਿੰਨਾ ਚਿਰ ਤੁਹਾਡੇ ਘਰ 'ਚ ਮਹਿਮਾਨ ਹੈ ਉਹਨਾਂ ਨੂੰ ਸਹੂਲਤਾਂ ਤੇ ਦੇ ਦਿਓ, ਇਨਸਾਨੀ ਭਾਵ ਇਹਨਾਂ ਤੇ ਰੱਖ ਲਓ। ਔਰ ਦੂਜੀ ਚੀਜ਼ ਇਹ ਦੇਖੋ ਸਮੇਂ ਦਾ ਤਕਾਜ਼ਾ ਕੀ ਸੀਗਾ, ਕੌਮਾਂਤਰੀ ਪੋਲੀਟਿਕਸ ਨੂੰ ਜਾਂ ਆਪਣੇ ਸਾਊਥ ਏਸ਼ੀਆ ਦੀ ਆਪਾਂ ਇੱਥੋਂ ਦੀ ਰਾਜਨੀਤਿਕ ਕੂਟਨੀਤਿਕ ਮੁਹਾਨ ਨੂੰ ਦੇਖੀਏ ਤਾਂ ਜਿਹੜਾ ਮਿਆਂਮਾਰ ਆ ਇੱਥੇ ਸਿੱਧੇ ਤੌਰ ਤੇ ਚੀਨ ਦਾ ਦਖਲ ਆ, ਔਰ ਭਾਰਤ ਕੋਲ ਇੱਕ ਬਹੁਤ ਸੁਨਹਿਰੀ ਮੌਕਾ ਸੀਗਾ ਕਿ ਉਹ ਇਸ ਮਾਮਲੇ ਤੇ, ਰੋਹਿੰਗਿਆ ਮਾਮਲੇ ਤੇ ਮਿਆਂਮਾਰ ਨੂੰ ਦਬਾਅ ਹੇਠ ਲੈ ਸਕਦਾ ਸੀ, ਕਹਿ ਸਕਦਾ ਸੀਗਾ ਕਿ ਤੁਹਾਡੇ ਕਰਕੇ, ਤੁਹਾਡੀ ਅਸਥਿਰਤਾ ਕਰਕੇ ਸਾਡੇ ਜਿਹੜੇ ਉੱਤਰ ਪੂਰਬੀ ਰਾਜ ਆ ਉਹਨਾਂ ਦੇ ਵਿੱਚ ਹਿਜਰਤ ਹੁੰਦੀ ਹੈ, ਉਹਨਾਂ ਦੇ ਵਿੱਚ ਅਸਥਿਰਤਾ ਹੁੰਦੀ ਹੈ, ਯਾਨੀ ਉਹਨਾਂ ਨੂੰ ਦਬਾਅ ਹੇਠ ਲਿਆ ਜਾ ਸਕਦਾ ਸੀ, ਬਲਕਿ ਉਹਨਾਂ ਨੂੰ ਆਪਣੇ ਨਾਲ ਖੜਾਇਆ ਜਾ ਸਕਦਾ ਸੀ, ਉਹਨਾਂ ਨੂੰ ਆਪਣੇ ਨਾਲ ਖੜਾਉਣ ਦਾ ਯਤਨ ਕੀਤਾ ਜਾ ਸਕਦਾ ਸੀਗਾ ਕਿ ਚਾਈਨਾ ਦਾ ਖੜਾ ਛੱਡੋ। ਇਸ ਬਹਾਨੇ ਉਹਨਾਂ ਨੂੰ ਦਬਾਅ ਹੇਠ ਲਿਆਂਦਾ ਜਾ ਸਕਦਾ ਸੀਗਾ, ਪਰ ਕੀਤਾ ਕੀ ਗਿਆ ਕਿ ਮੁਸਲਮਾਨਾਂ ਕਰਕੇ ਇਹ ਜਿਹੜਾ ਇੱਕ ਪੈਂਤੜਾ ਸੀ ਉਹ ਮੱਲਿਆ ਹੀ ਨਹੀਂ ਗਿਆ, ਬਲਕਿ ਇਸ ਪੈਂਤੜੇ ਨੂੰ ਗਵਾ ਦਿੱਤਾ ਗਿਆ। ਉਲਟਾ ਇਹ ਆ ਕਿ ਹੁਣ ਉਹਨਾਂ ਨੂੰ ਜਿਹੜੇ ਉੱਥੋਂ ਵੱਢ ਕੱਟ ਦੇ ਮਾਰੇ ਇੱਧਰ ਨੂੰ ਆਏ ਆ ਮੂੰਹ ਚੁੱਕੇ, ਉਹਨਾਂ ਨੂੰ ਕੱਢਣ ਦਾ ਯਤਨ ਕੀਤਾ ਜਾ ਰਿਹਾ। ਸੁਪਰੀਮ ਕੋਰਟ ਨੇ ਵੀ ਜਿਹੜਾ ਅੱਗੋਂ ਜਵਾਬ ਦਿੱਤਾ
ਮੈਨੂੰ ਉਹ ਜਚਿਆ ਨਹੀਂ, ਕੁਛ ਮਾਫ ਕਰਨਾ, ਕਿਉਂਕਿ ਹੈ ਤੇ ਵੈਸੇ ਸੁਪਰੀਮ ਕੋਰਟ ਆ। ਉਹ ਸੁਪਰੀਮ ਕੋਰਟ ਕਹਿੰਦੀ ਹੈ ਕਿ ਦੇਖੋ ਜਿਹੜਾ ਕੇਂਦਰ ਨੇ ਦਾਅਵਾ ਕੀਤਾ ਇਹਦੇ ਉਲਟ ਹੁਣ ਸਬੂਤ ਲੈ ਕੇ ਆਓ। ਹੁਣ ਦੇਖੋ ਇਹ ਕੰਮ ਪਟੀਸ਼ਨਰ ਦਾ ਥੋੜੀ ਹੈ ਕਿ ਹੁਣ ਸਬੂਤ ਇਕੱਠਾ ਕਰਦਾ ਫਿਰੇ। ਸਬੂਤ ਇਕੱਠੇ ਕਰਨੇ ਆ ਤੇ ਤੁਸੀਂ ਐਫੀਡੈਵਿਟ ਮੰਗਾ ਲਓ। ਜਿੰਨੇ ਰੋਹਿੰਗਿਆ ਨੇ ਇੱਥੇ ਉਹਨਾਂ ਤੋਂ ਐਫੀਡੈਵਿਟ ਲੈ ਲਓ, ਕੋਈ ਲਿਖਤੀ ਲੈ ਲਓ ਕਿ ਉਹਨਾਂ ਨੂੰ ਕਿਹੜੀਆਂ ਇਹ ਤੇ ਕੋਈ ਔਖਾ ਕੰਮ ਨਹੀਂ। 10 ਤੋਂ 20 ਤੋਂ 100 ਤੋਂ 500 1000 ਤੋਂ ਐਫੀਡੈਵਿਟ ਲਿਆ ਜਾ ਸਕਦਾ ਜਾਂ ਕੋਈ ਹੋਰ ਲਿਖਤੀ ਦਰਖਾਸਤ ਲਈ ਜਾ ਸਕਦੀ ਹੈ ਕਿ ਕੀ ਉਹਨਾਂ ਨੂੰ ਬੁਨਿਆਦੀ ਸਹੂਲਤਾਂ ਮਿਲਦੀਆਂ ਪਈਆਂ ਜਾਂ ਨਹੀਂ। ਤੇ ਜੇ ਨਹੀਂ ਤਾਂ ਘੱਟੋ ਘੱਟ ਇੱਕ ਮਨੁੱਖ ਨੂੰ ਬੁਨਿਆਦੀ ਸਹੂਲਤਾਂ ਤੇ ਦੇਣੀਆਂ ਚਾਹੀਦੀਆਂ। ਚਲੋ ਉਹਨੇ ਇੱਥੇ ਰਹਿਣਾ, ਉਹਨੂੰ ਅਸੀਂ ਪੱਕੇ ਤੌਰ ਤੇ ਰੱਖਣਾ ਜਾਂ ਨਹੀਂ ਰੱਖਣਾ, ਉਹ ਬਾਅਦ ਦੀਆਂ ਗੱਲਾਂ। ਜੀ ਜੀ ਜੀ। ਅਗਲੀ ਮਿੰਟੋ ਜੀ ਗੱਲ ਕਰਦੇ ਪੇਪਰ ਲੀਕ ਦੀ ਸੂਚਨਾ ਦੇ ਮਗਰੋਂ ਕਹਿੰਦੇ 12ਵੀਂ ਦੀ ਪ੍ਰੀਖਿਆ ਮੁਲਤਵੀ। ਸਾਰਾ ਪ੍ਰਬੰਧ ਵੀਕ ਹੋ ਗਿਆ ਤੇ ਪੇਪਰ ਫੇਰ ਲੀਕ ਹੋ ਗਿਆ। ਇਹਨਾਂ ਨੇ ਬੜਾ ਪ੍ਰਬੰਧ ਕੀਤਾ ਸੀਗਾ ਕਿ ਐਤਕੀ ਅਸੀਂ ਨਕਲ ਨਹੀਂ ਵੱਜਣ ਦੇਣੀ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਆਉਂਦੀਆਂ ਉਹ ਸ਼ਿਕਾਇਤਾਂ ਨਹੀਂ ਆਉਣ ਦੇਣੀਆਂ, ਪਰ ਬਾਵਜੂਦ ਇਸ ਤੇ ਬਹੁਤ ਸਾਰੇ ਪ੍ਰਬੰਧ ਕੀਤੇ ਆ। ਇਹ ਸਾਰਾ ਕੁਛ ਜਿਹੜਾ ਚੱਲੀ ਜਾਂਦਾ, ਨਕਲਾਂ ਵੀ ਵੱਜੀ ਜਾਂਦੀਆਂ ਔਰ ਅਕਲਾਂ ਦੇ ਨਾਲ ਪੇਪਰ ਵੀ ਲੀਕ ਹੋ ਰਹੇ ਆ। ਅੱਜ +2 ਦਾ ਪੇਪਰ ਸੀਗਾ ਔਰ ਇਹ ਪੇਪਰ ਮੇਰੇ ਖਿਆਲ ਦੇ ਨਾਲ ਮੈਥ ਦਾ ਸੀਗਾ, ਗਣਿਤ ਦਾ ਪੇਪਰ ਸੀਗਾ ਔਰ ਇਹ ਪੇਪਰ ਜਿਹੜਾ ਸੀ ਉਹ ਹੋਣਾ ਸੀਗਾ 2 ਤੋਂ 5 ਵਜੇ ਤੱਕ। ਇਸ ਦੌਰਾਨ ਇਹ ਜਿਹੜਾ ਪੇਪਰ ਸੀਗਾ ਇਹ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ। ਇਹਨਾਂ ਨੇ ਹਾਲਾਂਕਿ ਕੋਸ਼ਿਸ਼ ਕੀਤੀ ਕਿ ਇਹ ਪੇਪਰ ਈਮੇਲ ਦੇ ਜ਼ਰੀਏ ਦੁਬਾਰਾ ਭੇਜ ਕੇ ਪ੍ਰੀਖਿਆ ਜਿਹੜੀ ਉਹ ਨਿਯਮਿਤ ਟਾਈਮ ਤੇ ਲਈ ਜਾ ਸਕੇ, ਪਰ ਕੋਸ਼ਿਸ਼ਾਂ ਇਹਨਾਂ ਦੀਆਂ ਕਾਮਯਾਬ ਨਹੀਂ ਹੋਈਆਂ। ਇਸ ਪੇਪਰ ਦੇ ਵਿੱਚ ਲਗਭਗ 56 ਹਜ਼ਾਰ ਵਿਦਿਆਰਥੀਆਂ ਨੇ ਬਹਿਣਾ ਸੀਗਾ, ਸੋ ਸਾਰਿਆਂ ਦਾ ਪੇਪਰ ਹੈ ਜਿਹੜਾ ਉਹ ਰੱਦ ਕਰ ਦਿੱਤਾ ਗਿਆ, ਮੁਲਤਵੀ ਕਰ ਦਿੱਤਾ ਗਿਆ। ਹੁਣ ਆਉਣ ਵਾਲੇ ਸਮੇਂ 'ਚ ਉਹ ਪੇਪਰ ਦੁਬਾਰਾ ਲਿਆ ਜਾਊਗਾ। ਸੋ ਸਭ ਤੋਂ ਵੱਡੀ ਗੱਲ ਤੇ ਇਹੋ ਹੀ ਆ ਨਾ ਕਿ ਦੇਖੋ ਇਹਨਾਂ ਨੇ ਬੜੇ ਵੱਡੇ ਵੱਡੇ ਦਾਅਵੇ ਕੀਤੇ ਸਨ ਕਿ ਸਾਡੇ ਪ੍ਰਬੰਧ ਆ ਜਿਹੜੇ ਉਹ ਬਹੁਤ ਆਲਾ ਪ੍ਰਬੰਧ ਹੈ ਕਿ ਇਹੋ ਜਿਹੀਆਂ ਅਸੀਂ ਸ਼ਿਕਾਇਤਾਂ ਨਹੀਂ ਆਉਣ ਦੇਵਾਂਗੇ। ਤਾਂ ਇਸ ਮਾਮਲੇ ਤੋਂ 2 ਚੀਜ਼ਾਂ ਸਾਫ਼ ਹੋ ਗਈਆਂ। ਇੱਕ ਤੇ ਇਹ ਆ ਕਿ ਨਕਲ ਜਿਹੜੀ ਹੈ ਉਹ ਵੱਜਦੀ ਹੈ। ਦੂਸਰਾ ਇਹ ਆ ਕਿ ਦੇਖੋ ਹਾਲੇ ਵੀ ਬਹੁਤ ਸਾਰੀਆਂ ਚੋਰ ਮੋਰੀਆਂ, ਕਿਉਂਕਿ ਪੇਪਰ ਲੀਕ ਹੋਇਆ, ਪੇਪਰ ਸੋਸ਼ਲ ਮੀਡੀਆ ਤੱਕ ਪਹੁੰਚਿਆ ਦਾ ਮਤਲਬ ਕਿ ਬਹੁਤ ਸਾਰੇ ਹੱਥਾਂ 'ਚ ਪੇਪਰ ਘੁੰਮ ਚੁੱਕਿਆ ਸੀਗਾ। ਯਾਨੀ ਹਾਲੇ ਵੀ ਹੇਠਾਂ ਤੋਂ ਲੈ ਕੇ ਉੱਤੇ ਤੱਕ ਇਹ ਸਾਰੀ ਚੋਰ ਬਜ਼ਾਰੀ ਹੈ ਜਿਹੜੀ ਚੱਲ ਰਹੀ ਹੋਈ ਹੈ। ਜਿਹੜੇ ਨੌਕਰੀ ਘੁਟਾਲੇ ਹੋਏ ਆ ਉਹ ਵੀ ਪੇਪਰ ਲੀਕ ਕਰਕੇ ਹੀ ਨੌਕਰੀ ਘੁਟਾਲੇ ਅੰਜਾਮ ਦਿੱਤੇ ਗਏ। ਜਿੰਨੇ ਵੀ ਹੋਇਆ ਸਾਰਾ ਪੇਪਰ ਲੀਕ ਨਾਲ ਹੀ ਜੁੜਿਆ ਮੁੱਦਾ ਹੁੰਦਾ। ਤਾਂ ਜਦੋਂ ਤੱਕ ਇਹ ਲੀਕਿੰਗ ਨਹੀਂ ਰੋਕੀ ਜਾਂਦੀ ਉਦੋਂ ਤੱਕ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਨੇ ਪ੍ਰਬੰਧ ਜਿਹੜੇ ਆ ਉਹ ਬਹੁਤ ਆਲਾ ਕਰ ਲਏ। ਇਹ ਆਲਾ ਕਹਿੰਦੇ ਆ, ਪਰ ਅਸੀਂ ਕਹਾਂਗੇ ਕਿ ਇਹ ਪ੍ਰਬੰਧ ਜਿਹੜੇ ਆ ਹਾਲ ਦੀ ਕੜੀ ਉਹ ਡੰਗ ਟਪਾਊ ਆ। ਜੇ ਤਾਂ ਡੰਗ ਟਪਾ ਗਏ ਤਾਂ ਠੀਕ ਆ, ਜੇ ਰਾਹ ਦੇ ਵਿੱਚ ਰਹਿ ਗਏ ਤਾਂ ਠੀਕ ਠਾਕ ਆ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਅਪ੍ਰੈਲ ਤੋਂ ਸ਼ੁਰੂ ਹੋਵੇਗੀ ਪੰਜਾਬ ਦੇ ਸਕੂਲਾਂ 'ਚ ਟੀਚਰਾਂ ਦੀ ਬਾਇਓਮੈਟ੍ਰਿਕ ਹਾਜ਼ਰੀ। ਇਹਨਾਂ ਨੇ ਨਾ ਸ਼ੁਰੂਆਤੀ ਦੌਰ ਦੇ ਵਿੱਚ 900 ਸਰਕਾਰੀ ਸਕੂਲਾਂ 'ਚ ਇਹ ਬਾਇਓਮੈਟ੍ਰਿਕ ਹਾਜ਼ਰੀ ਵਾਲਾ ਸਿਸਟਮ ਲਾਉਣਾ ਵਾ। ਉਸ ਤੋਂ ਬਾਅਦ ਦੱਸਦੇ ਆ ਕਿ ਜਿਹੜੇ ਪੂਰੇ ਦੇ ਪੂਰੇ 20,000 ਸਕੂਲ ਆ ਪੰਜਾਬ ਦੇ, ਉਹਨਾਂ ਦੇ ਵਿੱਚ ਇਹ ਸਿਸਟਮ ਲੱਗ ਜੂਗਾ, ਬਾਇਓਮੈਟ੍ਰਿਕ ਹਾਜ਼ਰੀ ਸਿਸਟਮ। ਵੈਸੇ ਨਾ ਕਮਾਲ ਦੀ ਗੱਲ ਆ, ਇੱਥੇ ਜੇ ਜਾਈਏ ਆ ਜਿਹੜੀਆਂ ਟੈਲੀਕਾਮ ਕੰਪਨੀਆਂ ਜਿਹੜੇ ਇਹਨਾਂ ਦੇ ਸਰਵਿਸ ਸੈਂਟਰ ਹੁੰਦੇ ਆ, ਉਹਨਾਂ ਦੇ ਸਰਵਿਸ ਸੈਂਟਰ 'ਚ ਜਾਈਏ ਤੇ ਇਸ ਤਰ੍ਹਾਂ ਦੇ ਜੁਗਾੜ ਪਹਿਲਾਂ ਹੀ ਲੱਗੇ ਹੋਏ ਆ। ਯਾਨੀ ਉਹ ਨਿੱਜੀ ਕੰਪਨੀਆਂ ਜਿਹੜੀਆਂ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਹਾਜ਼ਰੀ ਲੱਗਦੀ ਹੈ ਬਾਇਓਮੈਟ੍ਰਿਕ ਸਿਸਟਮ ਦੇ ਜ਼ਰੀਏ, ਤਾਂ ਕਿ ਉਹਨਾਂ ਦਾ ਜਿਹੜਾ ਕੰਮ ਆ ਉਹ ਵੇਲੇ ਸਿਰ ਆਵੇ ਤੇ ਵੇਲੇ ਸਿਰ ਜਾਵੇ। ਇਹਦਾ ਬਿਲਕੁਲ ਨਿਗਾਹ ਦੇ ਹੇਠ ਸਾਰਾ ਕੁਛ ਰੱਖਿਆ ਜਾਵੇ, ਉਹਦਾ ਜਾਣ ਆਉਣ। ਸਾਡੇ ਇੱਥੇ ਹੁਣ ਇਹਨਾਂ ਨੇ ਇਸ ਤਰ੍ਹਾਂ ਦਾ ਕਦਮ ਚੁੱਕਿਆ ਕਿਉਂਕਿ ਤੁਹਾਨੂੰ ਪਤਾ ਲੇਟ ਲਤੀਫੀ ਸਕੂਲਾਂ ਦੀ ਬੜੀ ਮਸ਼ਹੂਰ ਹੈ, ਪਰ ਕਈ ਵਾਰ ਇਹ ਹੁੰਦਾ ਕਿ ਕੁਛ ਪੰਚਾਇਤਾਂ ਜਿਹੜੀਆਂ ਉਹ ਗੰਭੀਰ ਨੋਟਿਸ ਲੈਂਦੀਆਂ ਇਹਨਾਂ ਚੀਜ਼ਾਂ ਦਾ। ਹਰਿਆਣੇ ਦੇ ਵਿੱਚ ਬਜ਼ੁਰਗ ਹੈ ਨਾ ਜਿਹੜੇ, ਕਿਉਂਕਿ ਸਾਡੇ ਪਿੰਡਾਂ ਦੇ ਨਾਲ ਹਰਿਆਣਾ ਲੱਗਦਾ, ਉੱਧਰ ਬਜ਼ੁਰਗ ਇਹੋ ਜਿਹੀ ਬੜੀ ਖਿੱਚਾਤੌਣ ਕਰਦੇ ਆ। ਯਾਨੀ ਉਹ ਤੜਕੇ ਜਾ ਕੇ ਸਕੂਲ ਦੇ ਗੇਟ ਦੇ ਅੱਗੇ ਖੜ ਜਾਂਦੇ ਆ। ਉਹ ਡਾਂਗ ਹੁੰਦੀ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਚੌਧਰੀ, ਤਾਂ ਫਿਰ ਟਾਈਮ ਚੈੱਕ ਕਰਦੇ ਆ ਕਿ ਟੀਚਰ ਕਿਹੜਾ ਕਿੰਨੇ ਵਜੇ ਆਵੇ। ਸਾਡੇ ਪੰਜਾਬ 'ਚ ਵੀ ਪਹਿਲਾ ਸਿਸਟਮ ਹੁੰਦਾ ਸੀਗਾ, ਪੰਚਾਇਤਾਂ ਦੇ ਨੁਮਾਇੰਦੇ ਜਿਹੜੇ ਜਾਂ ਮੋਹਤਬਾਰ ਜਿਹੜੇ ਆ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੀ ਨਿਗਰਾਨੀ ਕਰਦੇ ਸੀ, ਪਰ ਅੱਜ ਕੱਲ੍ਹ ਉਹ ਵੀ ਹਟ ਉੱਠ ਗਏ ਆ। ਪਰ ਇਹ ਜ਼ਰੂਰੀ ਹੈ, ਲਾਜ਼ਮੀ ਹੈ, ਕਿਉਂਕਿ ਲੇਟ ਲਤੀਫੀ ਸਿੱਖਿਆ ਦੀ ਜਿਹੜੀ ਆ ਬਦਹਾਲੀ ਹੈ ਇਹਦੇ ਵਿੱਚ ਇੱਕ ਇਹ ਵੀ ਕਾਰਨ ਹੈ ਛੋਟਾ ਮੋਟਾ
ਤਾਂ ਹੁਣ ਇਹਨਾਂ ਨੇ ਇਸੇ ਕਰਕੇ ਬਾਇਓਮੀਟ੍ਰਿਕ ਹਾਜ਼ਰੀ ਸਿਸਟਮ ਲਿਆਂਦਾ। ਇਹਦੇ ਵਿੱਚ ਦੇਖੋ ਹੁਣ ਜਿਹੜੇ ਅਧਿਆਪਕ ਆਗੂ ਆ ਉਹ ਵਿਰੋਧ ਕਰਦੇ ਪਏ ਆ, ਉਹ ਕਹਿੰਦੇ ਜੀ ਕਿ ਪੈਸੇ ਦਾ ਖਰਚਾ, ਇਹ ਆ ਉਹ ਆ ਜੋ ਆ। ਮੈਂ ਸਮਝਦਾ ਕਿ ਦੇਖੋ ਇਹ ਸਾਰੇ ਸਿਸਟਮ ਜਿਹੜੇ ਹੋਣੇ ਚਾਹੀਦੇ ਆ, ਲਾਗੂ ਹੋਣੇ ਚਾਹੀਦੇ। ਜਦੋਂ ਤਕਨੀਕ ਮੌਜੂਦ ਹੈ ਤੇ ਉਹਦਾ ਫਾਇਦਾ ਲੈਣਾ ਚਾਹੀਦਾ। ਜਿਹੜਾ ਟੀਚਰ ਲੇਟ ਆਉਂਦਾ ਜੀ ਉਹਨੂੰ ਕੀ ਤਕਲੀਫ ਹੈ? ਇਹਦੇ ਲੇਟ ਲਤੀਫ ਨੂੰ ਹੀ ਸਮੱਸਿਆ ਹੋਏਗੀ ਨਾ। ਤਾਂ ਜ਼ਰੂਰਤ ਇਸੇ ਗੱਲ ਦੀ ਹੈ ਕਿ ਤਕਨੀਕ ਹੈ ਤੇ ਤਕਨੀਕ ਨੂੰ ਵਰਤਿਆ ਜਾਵੇ ਸਾਰਥਕ ਢੰਗ ਦੇ ਨਾਲ। ਹਾਂ ਇਹ ਵੀ ਆ ਕਿ ਜਿਹੜੇ ਵੱਡੇ ਅਧਿਕਾਰੀ ਆ ਇਹਨਾਂ ਦੇ ਦਫ਼ਤਰਾਂ 'ਚ ਵੀ ਇਹ ਬਾਇਓਮੀਟ੍ਰਿਕ ਹਾਜ਼ਰੀ ਸਿਸਟਮ ਲੱਗਣੇ ਚਾਹੀਦੇ ਆ। ਆਹ ਜਿਹੜੇ ਵਿਧਾਇਕ ਆ ਜਾਂ ਜਿਹੜੇ ਸੈਕਟਰੀਏਟ ਦੇ ਵਿੱਚ ਬੈਠਦੇ ਆ ਮੰਤਰੀ ਸੰਤਰੀ, ਇਹਨਾਂ ਦੇ ਵੀ ਹਾਜ਼ਰੀ ਸਿਸਟਮ ਏਦਾਂ ਦੇ ਹੋਣੇ ਚਾਹੀਦੇ ਕਿ ਪਤਾ ਲੱਗੇ ਕਿ ਕਿਹੜਾ ਕਦੋਂ ਆਉਂਦਾ, ਮਹੀਨੇ ਬਾਅਦ ਆਉਂਦਾ, ਛਮਾਈ ਬਾਅਦ ਆਉਂਦਾ, ਹਫ਼ਤੇ ਬਾਅਦ ਆਉਂਦਾ ਜਾਂ ਡੇਲੀ ਆਉਂਦਾ, ਜਦੋਂ ਆਉਂਦਾ ਤੇ ਕਦੋਂ ਤੱਕ ਆਉਂਦਾ ਤੇ ਕਦੋਂ ਤੱਕ ਜਾਂਦਾ। ਇਹ ਸਾਰਿਆਂ ਦੇ ਲੱਗਣੇ ਚਾਹੀਦੇ ਆ ਕਿਉਂਕਿ ਇਹਨਾਂ ਦਾ ਖਰਚਾ ਹੈ ਨੀਗਾ ਕੋਈ ਬਹੁਤਾ। ਤੇ ਜਦੋਂ ਖਰਚਾ ਇੰਨਾ ਹੈ ਨੀਗਾ, ਤਕਨੀਕ ਮੌਜੂਦ ਆ ਤੇ ਫਾਇਦਾ ਲੈ ਲੈਣਾ ਚਾਹੀਦਾ। ਮਾਸਟਰਾਂ ਦੇ ਆਗੂਆਂ ਦਾ ਵੀ ਨਾ ਉਹ ਜਿਵੇਂ ਬਸ ਇੱਕ ਲੀਡਰਾਂ ਵਾਂਗੂ ਉਹਨਾਂ ਦਾ ਜੇਰਾ ਹੀ ਇਸ ਤਰ੍ਹਾਂ ਦਾ ਬਣਿਆ ਪਿਆ ਕਿ ਹਰੇਕ ਚੀਜ਼ ਤੇ ਵਿਰੋਧ ਕਰ ਦੇਣਾ। ਤਾਂ ਮੇਰੇ ਖਿਆਲ ਦੇ ਨਾਲ ਇਹ ਚੀਜ਼ ਦਾ ਵਿਰੋਧ ਨਹੀਂ ਕਰਨਾ ਚਾਹੀਦਾ। ਲੇਟ ਲਤੀਫ ਕਰਨ ਤੇ ਸੋ ਕਰਨ। ਜੀ ਜੀ ਬਿਲਕੁਲ, ਜਿੱਦਾਂ ਤੁਸੀਂ ਕਿਹਾ ਬਾਕੀਆਂ ਨੂੰ ਵੀ ਜਿਹੜਾ ਇਸ ਚੀਜ਼ ਦੇ ਅਧੀਨ ਜਿਹੜਾ ਲੈ ਕੇ ਆਉਣਾ ਚਾਹੀਦਾ ਤਾਂ ਜੋ ਫਿਰ ਸਾਰਿਆਂ ਦਾ ਹੀ ਪਤਾ ਲੱਗਦਾ ਰਹੇ, ਆਉਂਦਾ ਵੀ ਆ ਕਿ ਫਰਲੋ ਹੀ ਚੱਲੀ ਜਾਂਦੀਆਂ ਨੇ। ਅਗਲੀ ਜਿਹੜੀ ਮਿੰਟੋ ਜੀ ਗੱਲ ਕਰ ਲਈ ਵੀ ਨਸ਼ਾ ਰੋਕਣ ਲਈ ਧੱਕੇ ਨਾਲ ਵਲੰਟੀਅਰ ਬਣਾ ਰਹੀ ਹੈ ਸਰਕਾਰ। ਪਹਿਲਾਂ ਸਰਕਾਰਾਂ ਨੇ ਧੱਕੇ ਨਾਲ ਨਸ਼ੇੜੀ ਬਣਾਏ ਤੇ ਹੁਣ ਧੱਕੇ ਨਾਲ ਨਸ਼ਾ ਛਡਾਉਣ ਲਈ ਵਲੰਟੀਅਰਸ ਬਣਾ ਰਹੇ ਆ। ਖੈਰ ਇਹ ਇੱਕ ਸਕੀਮ ਚਲਾਉਣ ਲੱਗੇ। ਹੁਣ ਸਕੀਮ ਮੈਂ ਕਦ ਤੋਂ ਕਹਿਣ ਲੱਗਾ ਬਾਅਦ ਦੇ ਵਿੱਚ ਤੁਹਾਨੂੰ ਦੱਸ ਦੂੰਗਾ। ਇਹਨਾਂ ਨੇ 23 ਮਾਰਚ ਨੂੰ ਕਿਉਂਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ, ਤਾਂ ਉਸ ਦਿਨ ਇੱਕ ਸਮਾਗਮ ਰੱਖਿਆ ਵਾ ਖਟਕੜ ਕਲਾਂ ਦੇ ਵਿੱਚ। ਤਾਂ ਉਸ ਸਮਾਗਮ ਦੇ ਵਿੱਚ ਇਹਨਾਂ ਨੇ ਕੀ ਕਰਨਾ ਕਿ 3 ਲੱਖ ਵਲੰਟੀਅਰਸ ਨੂੰ ਸਹੁੰ ਚੁਕਾਉਣੀ ਹੈ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ। ਯਾਨੀ ਇਹਦਾ ਮਤਲਬ ਇਹ ਆ ਕਿ ਜਿਹੜੀ ਕੰਪੇਨ ਦੇ ਵਿੱਚ ਸਹੁੰ ਚੁੱਕੀ ਸੀਗੀ ਉਹ ਸਹੁੰ ਵਿਚਾਰੀ ਚੁੱਕੀ ਰਹਿ ਗਈ, ਉਹਨੂੰ ਧਰਤੀ ਦੇ ਥੱਲੇ ਨਹੀਂ ਰੱਖਿਆ ਇਹਨਾਂ ਨੇ, ਉਹ ਚੁੱਕੀ ਦੀ ਚੁੱਕੀ ਰਹਿ ਗਈ ਤਾਂ ਦੀ ਤਾਂ। ਸੋ ਯਾਨੀ ਦੂਜੀ ਸਹੁੰ ਚੁੱਕਣ ਦੀ ਤਾਂ ਹੀ ਲੋੜ ਪਈ ਨਾ ਕਿ ਜਿਹੜੀ ਪਹਿਲੀ ਸਹੁੰ ਸੀ ਉਹ ਟੁੱਟ ਗਈ, ਉਹ ਪੂਰੀ ਨਹੀਂ ਹੋਈ। ਹੁਣ ਦੂਜੀ ਸਹੁੰ ਚੁਕਾਉਣੀ ਆ ਵਲੰਟੀਅਰਸ ਨੂੰ ਕਿ ਅਸੀਂ ਪੰਜਾਬ 'ਚ ਨਸ਼ਾ ਮੁਕਤ ਕਰਾਂਗੇ। ਔਰ ਇਹਦੇ ਲਈ ਇਹ ਫਾਰਮੂਲਾ ਕੀ ਵਰਤਦੇ ਪਏ ਆ ਕਿ ਧੱਕੇ ਦੇ ਨਾਲ ਫੜ ਕੇ ਵਲੰਟੀਅਰਸ ਬਣਾਏ ਜਾ ਰਹੇ ਆ ਕਿਉਂਕਿ ਉੱਥੇ ਵਲੰਟੀਅਰਸ ਖੜੇ ਕਰਨੇ ਆ ਨਾ ਕਿ ਦੇਖੋ ਜੀ ਅਸੀਂ ਸੇਵਾ ਭਾਵ ਦੇ ਨਾਲ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ, ਮਤਲਬ ਕਿ ਨਿਸ਼ਕਾਮ ਸੇਵਾ ਕਰਾਂਗੇ, ਕੋਈ ਪੈਸਾ ਨਹੀਂ ਲੈਣਾ, ਕੋਈ ਤਨਖਾਹ ਨਹੀਂ ਲੈਣੀ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਤਾਂ ਇਹਦੀ ਹੁਣ ਡਿਊਟੀ ਕਿਹਦੀ ਲਾਈ ਹੈ? ਡਿਊਟੀ ਲਾਤੀ ਹੈ ਸਰਕਾਰੀ ਮੁਲਾਜ਼ਮਾਂ ਦੀ ਕਿ ਕਰੋ ਵਲੰਟੀਅਰਸ ਇਕੱਠੇ। ਤੇ ਕਮਾਲ ਦੀ ਗੱਲ ਹੈ ਕਿ ਅੱਜ ਕੱਲ੍ਹ ਮਾਰਚ ਦਾ ਮਹੀਨਾ, ਮਾਰਚ ਦੇ ਮਹੀਨੇ ਦੇ ਵਿੱਚ ਆ ਟ੍ਰੈਫਿਕ ਵਾਲੇ ਚਲਾਨ ਬੜੇ ਕੱਟਦੇ ਆ। ਇੱਥੋਂ ਤੱਕ ਪੁਲਿਸ ਵਾਲਿਆਂ ਨੂੰ ਵੀ ਇਹਨਾਂ ਨੇ ਫਾਇਰ ਟੰਗਿਆ, ਉਹ ਚਲਾਨ ਭਰਨ ਦੀ ਥਾਂ ਤੇ ਵਲੰਟੀਅਰਸ ਵਾਲਾ ਫਾਰਮ ਭਰੀ ਜਾਂਦੇ ਆ। ਉਹ ਕਹਿੰਦੇ ਤੁਹਾਡਾ ਚਲਾਨ ਨਹੀਂ ਕੱਟਦੇ, ਛੱਡੋ ਖੜਾ, ਦਫਾ ਕਰੋ, ਤੁਸੀਂ ਏਦਾਂ ਕਰੋ ਵਲੰਟੀਅਰਸ ਬਣ ਜਾਓ, ਪੈਸੇ ਬਚ ਜਾਣਗੇ, ਸਾਡੀ ਜਾਨ ਬਚ ਜਾਊ। ਸੋ ਇਸ ਤਰ੍ਹਾਂ ਦੀ ਵੀ ਨੌਬਤ ਆਈ ਜਾਂਦੀ। ਇੱਕ ਬੀਬੀ ਸਿਹਤ ਵਿਭਾਗ 'ਚ ਕੰਮ ਕਰਦੀ ਸੀ, ਨਰਸ, ਉਹਨੂੰ ਉਹਦੇ ਅਧਿਕਾਰੀ ਨੇ ਬੁਲਾ ਲਿਆ, ਕਹਿੰਦਾ ਬੀਬਾ ਗੱਲ ਇਹ ਆ ਵੀ ਇੱਕ ਵਲੰਟੀਅਰ ਤਾਂ ਤੈਨੂੰ ਬਣਾਉਣਾ ਪੈਣਾ। ਉਹ ਕਹਿੰਦੀ ਕਿ ਅਸੀਂ ਤੇ 2 ਜੀ ਆ ਤੇ ਮੈਂ ਤੈਨੂੰ ਬਣਾਵਾਂ ਵਲੰਟੀਅਰ? ਉਹ ਕਹਿੰਦਾ ਜੀ ਇੱਕ ਤੇ ਬਣਾਉਣਾ ਪੈਣਾ, ਤੁਸੀਂ ਆਪਣੇ ਘਰ ਵਾਲੇ ਨੂੰ ਬਣਾ ਲਓ। ਉਹ ਕਹਿੰਦੀ ਉਹ ਤੇ ਰੱਜ ਕੇ ਦਾਰੂ ਪੀਂਦਾ। ਤੇ ਉਹ ਕਹਿੰਦੇ ਜੀ ਆਪਾਂ ਦਾਰੂ ਥੋੜੀ ਛਡਾਉਣੀ ਆ ਉਹਦੀ, ਆਪਾਂ ਤੇ ਸਿਰਫ ਸਹੁੰ ਚੁਕਾਉਣੀ ਹੈ ਨਾ, ਆਪਾਂ ਇਹ ਥੋੜਾ ਕਿ ਉਹਦੀ ਦਾਰੂ ਛਡਾਉਣੀ ਹੈ। ਸੋ ਇਸ ਤਰ੍ਹਾਂ ਵਲੰਟੀਅਰਸ ਬਣਾਏ ਜਾ ਰਹੇ ਆ, ਯਾਨੀ ਧੱਕੇ ਦੇ ਨਾਲ ਵਲੰਟੀਅਰਸ ਬਣਾਏ ਜਾ ਰਹੇ। ਤਾਂ ਕਰਕੇ ਮੈਂ ਕਹਿ ਰਿਹਾ ਸੀਗਾ ਕਿ ਇੱਕ ਸਕੀਮ ਆ। ਸਕੀਮ ਇਹ ਆ ਕਿ ਮੈਸੇਜ ਜਾਵੇ। ਜਿਹੜੀ ਪਹਿਲੀ ਸਹੁੰ ਆ ਜਿਵੇਂ ਮਜ਼ਾਕ ਦਾ ਪਾਤਰ ਬਣਿਆ ਕੈਪਟਨ ਅਮਰਿੰਦਰ ਸਿੰਘ ਉਹਦੇ ਚੱਲਦੇ ਆ, ਤਾਂ ਹੁਣ ਇਹ ਜਿਹੜੀ ਦੂਸਰੀ ਸਹੁੰ ਹੈ ਇਹਦੇ ਜ਼ਰੀਏ ਇਹ ਕਹਿਣਗੇ ਕਿ ਦੇਖੋ ਅਸੀਂ ਕਿੰਨੀ ਸ਼ਿੱਦਤ ਦੇ ਨਾਲ ਕੰਮ ਕਰਦੇ ਪਏ ਹਾਂ। ਯਾਨੀ escape route ਬਣਾ ਕੇ ਇਹ ਬਚ ਕੇ ਨਿਕਲਣ ਦੀ ਫਿਰਾਕ ਦੇ ਵਿੱਚ ਹੈ ਕਿ ਅਸੀਂ ਇਸ ਮੁੱਦੇ ਤੇ ਵੀ ਲੋਕਾਂ ਨੂੰ ਡਾਇਵਰਟ ਕਰਕੇ ਉਹਨਾਂ ਦਾ ਧਿਆਨ ਦੂਜੇ ਪਾਸੇ ਲਾ ਦਈਏ ਤੇ ਅਸੀਂ ਇੱਕ ਐਸਾ ਰੂਪ ਤਿਆਰ ਕਰ ਲਈਏ ਜਿਹਦੇ ਤੇ ਚੱਲ ਕੇ ਅਸੀਂ ਲੋਕਾਂ ਦੀਆਂ ਗੱਲਾਂ ਜਾ ਕੇ ਕਹੀਏ ਕਿ ਸਾਰਾ ਕੁਝ ਠੀਕ ਠਾਕ ਕਰ ਦਿੱਤਾ, ਹੁਣ ਤੁਸੀਂ ਇੰਨਾ ਕੁ ਕੰਮ ਕਰੋ ਕਿ ਵੋਟ ਫਿਰ ਪਾ ਦਿਓ। ਜੀ ਜੀ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਉਹਨਾਂ ਜੋੜ ਕੇ ਨਿੱਘੀ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।